ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਖਬਰਾਂ ਦੀ ਖਬਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਮਹਿਮਾਨ ਹੋਣਗੇ ਵਿਸ਼ਵ ਪ੍ਰਸਿੱਧ ਪੱਤਰਕਾਰ ਸਰਦਾਰ ਬਲਤੇਜ ਸਿੰਘ ਪੰਨੂ। ਆਪਾਂ ਇਹਨਾਂ ਦੇ ਨਾਲ ਅੱਜ ਦਾ ਵਿਸ਼ਾ ਜਿਹੜਾ ਉਹ ਡਿਸਕਸ ਕਰਾਂਗੇ ਉਹ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੀ ਜਿਹੜੀ SIT ਬਣਾਈ ਗਈ ਹੈ ਉਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਹੈ ਕਿ ਇਹ SIT ਜਿਹੜੀ ਆ ਉਹ ਸਹੀ ਕੰਮ ਨਹੀਂ ਕਰ ਸਕੀ ਤੇ ਇਸ ਲਈ ਦੁਬਾਰਾ ਜਾਂਚ ਕੀਤੀ ਜਾਵੇ। ਇਹਦੇ ਆਉਣ ਵਾਲੇ ਸਮੇਂ ਦੇ ਦੌਰਾਨ ਕੀ ਪ੍ਰਭਾਵ ਪੈਣ ਵਾਲੇ ਨੇ ਤੇ ਕੀ ਉਨਾ ਹੀ ਸਮਾਂ ਦੁਬਾਰਾ ਲੱਗੇਗਾ, ਇਸ ਬਾਰੇ ਆਪਾਂ ਚਰਚਾ ਕਰਾਂਗੇ। ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਪੰਨੂ ਸਾਹਿਬ, SIT ਜਿਹੜੀ ਆ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੇਲ ਕਰ ਦਿੱਤੀ ਹੈ। ਇਹ ਕਹਤਾ ਹੈ ਕਿ ਇਹ SIT ਦੀ ਜਾਂਚ ਜਿਹੜੀ ਆ ਉਹ ਸਹੀ ਨਹੀਂ ਹੋਈ, ਦੁਬਾਰਾ SIT ਬਣਾਓ ਤੇ ਦੁਬਾਰਾ ਜਾਂਚ ਸ਼ੁਰੂ ਕਰੋ। ਤੇ ਕੀ ਲੱਗਦਾ ਕਿ ਦੁਬਾਰਾ 4 ਸਾਲ ਫੇਰ ਲੱਗਣ ਵਾਲੇ ਨੇ? ਸਾਲ ਕਿੰਨੇ ਲੱਗਦੇ ਆ ਇਹ ਤਾਂ ਕੁਛ ਨਹੀਂ ਕਿਹਾ ਜਾ ਸਕਦਾ। ਇੰਗਲਿਸ਼ ਦੀ ਕਹਾਵਤ ਹੈ ਕਿ ਜਸਟਿਸ ਡਿਲੇ ਜਸਟਿਸ ਡਿਨਾਈ। ਡਿਲੇ ਨਾ ਹੋ ਜੇ। ਹਾਂ, ਡਿਲੇ ਤਾਂ ਹੁਣ ਹੋ ਗਿਆ ਜੀ। ਹੁਣ ਤਾਂ ਇਹਦੇ ਵਿੱਚੋਂ ਕੱਲ੍ਹ ਨੂੰ ਕੀ ਹੁੰਦਾ, ਮੈਂ ਉਹ ਬੇਆਸ ਤਾਂ ਨਹੀਂ ਹੈਗਾ ਕਿ ਇਹਦਾ ਕੁਛ ਨਹੀਂ ਹੋਣਾ। ਲੋਕਾਂ ਦੇ ਵਿੱਚ ਜਿਹੜੀ ਪਰਸੈਪਸ਼ਨ ਆ ਇੱਕ ਉਹ ਬਹੁਤ ਬਣੀ ਹੋਈ ਆ, ਬੜੀ ਸਟਰੋਂਗ ਆ। ਉਹ ਕਿਸੇ ਵੀ ਅਦਾਲਤੀ ਕੇਸ ਤੋਂ ਉੱਪਰ ਹੈ। ਇਹ ਤਾਂ ਨਹੀਂ ਪਤਾ ਕਿ ਕਿੰਨਾ ਚਿਰ ਜਿਹੜਾ ਦੀ ਉਹ ਲੱਗੂਗਾ, ਪਰ ਮੇਰੀ ਜਾਚੇ ਕਿਸੇ ਵੀ ਇਨਸਾਫ ਪਸੰਦ ਵਿਅਕਤੀ ਉਹਨੂੰ ਧੁਰ ਅੰਦਰੋਂ ਤੱਕ ਹਿਲਾ ਕੇ ਰੱਖ ਦਿੱਤਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨੇ, ਜਿਹਦੇ ਵਿੱਚ ਟੈਕਨੀਕਲੀ ਆਧਾਰ ਦੇ ਉੱਤੇ ਇਸ SIT ਨੂੰ ਰੱਦ ਕੀਤਾ ਗਿਆ। ਜਿਹੜਾ ਮਿਸਟਰ ਪੰਧੇਰ ਆ, ਜਿਹੜਾ SHO ਸੀਗਾ ਉਦੋਂ ਦਾ, ਅੱਜ ਕੱਲ੍ਹ ਉਹ DSP ਆ, ਉਹਨੇ ਇੱਕ ਪਟੀਸ਼ਨ ਪਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਕੁਲਵੰਤ ਸਿੰਘ ਜੀ, ਜਿਹੜੇ ਉਹਦੇ ਵਕੀਲ ਪੇਸ਼ ਹੋਏ ਉਹਦੇ ਵੱਲੋਂ, ਉਹ ਇੱਕ ਪੇਸ਼ੀ ਦੇ 5-5 6-6 ਲੱਖ ਰੁਪਈਆ ਲੈਂਦੇ ਆ। ਇੱਕ SHO ਕਿਵੇਂ ਉਹ ਵਕੀਲ ਅਫੋਰਡ ਕਰਦਾ, ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ। ਤਾਂ ਉਹਦੇ ਵਿੱਚ ਟੈਕਨੀਕਲ ਆਧਾਰ ਜਿਹੜਾ ਬਣਾਇਆ ਗਿਆ ਉਹ ਇਹ ਕਹਿੰਦਾ ਕਿ ਜਿਹੜਾ ਕੋਟਕਪੂਰਾ ਗੋਲੀ ਕਾਂਡ ਸੀਗਾ ਉਹਦੇ ਵਿੱਚ ਇੱਕ FIR 15 ਦੇ ਵਿੱਚ ਜਿਹੜੀ ਉਹ ਦਰਜ ਕੀਤੀ ਗਈ ਸੀ। ਇਸ ਕਰਕੇ ਦੂਜੀ FIR ਉਹਦੇ ਵਿੱਚ ਕਿਉਂ ਜਿਹੜੀ ਉਹ ਦਰਜ ਕੀਤੀ ਗਈ, ਉਹਨੇ ਇਹਨੂੰ ਇਸ ਤਕਨੀਕੀ ਆਧਾਰ ਜਿਹੜਾ ਜੀ ਉਹ ਬਣਾਇਆ, ਜਿਹਦੇ ਉੱਤੇ ਹਾਈ ਕੋਰਟ ਨੇ ਐਡਾ ਸਟਰੋਂਗ ਜਿਹੜਾ ਫੈਸਲਾ ਦੇ ਦਿੱਤਾ ਕਿ SIT ਖਤਮ। SIT ਦੇ ਵੱਲੋਂ ਪੇਸ਼ ਕੀਤੇ ਗਏ 9 ਚਲਾਨ, ਜਿਹਦੇ ਵਿੱਚ ਸਾਬਕਾ DGP ਸਮੇਤ ਸੈਣੀ, ਮੁਅੱਤਲ ਚੱਲ ਰਹੇ IG ਪਰਮਰਾਜ ਉਮਰਾ ਨੰਗਲ ਤੇ ਬਾਕੀ ਜਿਹੜੇ ਇੱਕ SSP ਰਿਟਾਇਰਡ ਜਿਹੜਾ ਮੋਗੇ ਵਾਲਾ, ਉਹਨਾਂ ਦੇ ਸਣੇ ਉਹਨਾਂ ਦੇ ਨਾਮ ਸੀਗੇ ਸਿੱਧੇ। ਕਤਲ ਦਾ ਮੁਕੱਦਮਾ ਜਿਹੜਾ ਉਹ ਦਰਜ ਸੀਗਾ। 9 ਚਲਾਨ ਪੇਸ਼ ਹੋ ਚੁੱਕੇ ਹੁਣ ਤੱਕ, 10ਵਾਂ ਪੇਸ਼ ਹੋਣਾ ਰਹਿੰਦਾ ਸੀ। ਉਹ ਗਿਆ ਹੋਇਆ ਸੀਗਾ ਕਾਨੂੰਨੀ ਸਲਾਹ ਦੇ ਵਾਸਤੇ। ਉਹ ਸਾਰਾ ਕੁਝ ਖਤਮ। ਨਵੀਂ SIT ਬਣਾਓ। ਉਸ SIT ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਜਿਹੜੇ ਜੀ ਉਹ ਨਹੀਂ ਹੋਣੇ ਚਾਹੀਦੇ। ਇਹ ਬੇਹੱਦ ਹੈਰਾਨਗੀ ਵਾਲਾ ਫੈਸਲਾ। ਅਸੀਂ ਤਾਂ ਮਤਲਬ ਕਿ ਜਾ ਕੇ ਅਕਤੂਬਰ 2015 ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ ਪੰਜਾਬ ਦੇ ਵਿੱਚ ਇੱਕ ਕਿਸਮ ਦੇ ਨਾਲ, 2021 ਦੇ ਵਿੱਚ ਅਪ੍ਰੈਲ ਦੇ ਮਹੀਨੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਤੇ ਆਪਾਂ ਤਾਂ ਅਕਤੂਬਰ 2015 ਦੇ ਵਿੱਚ ਪਹੁੰਚ ਗਏ ਜੀ ਫਿਰ ਦੁਬਾਰਾ। ਤੇ ਬੜੀ ਹੈਰਾਨੀ ਵਾਲੀ ਗੱਲ ਹੈ। ਵੈਸੇ ਦਰਸ਼ਕਾਂ ਨੇ ਵੀ ਇਹ ਹੈਰਾਨੀ ਹੋਈ ਹੋਣੀ, ਕਿਉਂਕਿ ਅੱਜ ਕੱਲ੍ਹ ਜਿੱਦਾਂ ਦੀ ਅਦਾਲਤਾਂ ਵੱਲੋਂ ਫੈਸਲੇ ਆ ਰਹੇ ਨੇ, ਅਬ ਸਾਰੇ ਹੀ ਹੈਰਾਨ ਹੋ ਰਹੇ ਨੇ। ਪਹਿਲਾਂ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਕਿ 4 ਮੈਂਬਰੀ ਕਮੇਟੀ ਬਣਾ ਦਿੱਤੀ ਗਈ, ਉਹ ਮੈਂਬਰ ਬਣਾਏ ਗਏ ਜਿਹੜੇ ਕਿਸਾਨੀ ਮੁੱਦਿਆਂ ਨੂੰ ਜਿਹੜਾ ਦੇਖਣ ਲਈ, ਜਿਹੜੇ ਕਿ ਪਹਿਲਾਂ ਹੀ ਜਿਹੜੇ ਉਹ ਸਰਕਾਰ ਪੱਖੀ ਜਿਹੜੇ ਉਹਨਾਂ 'ਤੇ ਦੋਸ਼ ਲੱਗਦੇ ਆ ਰਹੇ ਨੇ। ਅਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਉਹਨਾਂ 'ਚ ਇੱਕ ਮੈਂਬਰ ਜਿਹੜਾ ਵਿਡਰਾਅ ਕਰ ਜਾਂਦਾ ਹੈ। ਫਿਰ ਅੱਜ ਵੀ ਜਿਹੜੀ ਉਹ ਸਵਾਲਾਂ ਦੇ ਘੇਰੇ 'ਚ ਹੈ। ਦੁਬਾਰਾ ਇੱਦਾਂ ਦੇ ਹੋਰ ਫੈਸਲੇ ਜਿਹੜੇ ਆਉਂਦੇ ਨੇ, ਆਹ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕੀਤਾ। ਕਿੱਦਾਂ ਲੱਗਦਾ ਵੀ ਅਦਾਲਤੀ ਫੈਸਲਿਆਂ ਦੇ ਜਦੋਂ ਇਸ ਤਰ੍ਹਾਂ ਦੇ ਫੈਸਲੇ ਆਉਂਦੇ ਨੇ, ਤਾਂ ਪਹਿਲਾਂ ਵੀ ਅਦਾਲਤਾਂ ਦੇ ਫੈਸਲਿਆਂ ਦੇ ਉੱਤੇ ਸਵਾਲ ਚੁੱਕੇ ਗਏ ਨੇ। ਹੁਣ ਅੱਜ ਤੱਕ ਤਾਂ ਇੱਦਾਂ ਦਾ ਹੁੰਦਾ ਆਇਆ ਕਿ ਜਿਹੜਾ ਬੰਦਾ ਵੀ ਕੋਈ ਪੀੜਿਤ ਹੁੰਦਾ ਉਹ ਦੂਜੇ ਨੂੰ ਕਹਿੰਦਾ ਮੈਂ ਤੈਨੂੰ ਅਦਾਲਤ 'ਚ ਦੇਖਾਂਗਾ, ਪਰ ਜਦੋਂ ਇੱਦਾਂ ਦੇ ਫੈਸਲੇ ਆਉਣ ਲੱਗ ਜਾਣ ਫਿਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਕੁਲਵੰਤ ਸਿੰਘ ਜੀ, ਅਦਾਲਤੀ ਫੈਸਲੇ ਜਿਹੜੇ ਜੋ ਕੁਝ ਅਦਾਲਤ ਨੇ ਕਰਨਾ ਜੀ, ਉਹਦੇ ਜੋ ਤੁਸੀਂ ਸਾਹਮਣੇ ਪ੍ਰੈਜ਼ੈਂਟ ਕਰਦੇ ਹੋ ਜੀ, ਅਦਾਲਤ ਨੂੰ ਜੋ ਦਿਖਦਾ, ਅਦਾਲਤ ਨੇ ਉਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਕਰਨਾ। ਇਹ ਆ ਕਿ ਜਦੋਂ ਪ੍ਰੈਜ਼ੈਂਟ ਜਿਹੜਾ ਪੰਧੇਰ ਹੈ SHO ਉਹਨਾਂ ਦਾ, ਉਹ ਪ੍ਰੈਜ਼ੈਂਟ ਕਰ ਰਿਹਾ ਆਪਣੇ ਬਿਹਤਰੀਨ ਵਕੀਲਾਂ ਦੇ ਨਾਲ, ਤੇ ਇੱਕ ਟੀਮ ਜਿਹੜੀ ਆ ਉਹ ਰੱਖੀ ਹੋਈ ਆ ਪੰਜਾਬ ਦੀ ਸਰਕਾਰ ਨੇ, ਨਖਿੱਧ ਟੀਮ। 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਪੰਜਾਬ ਸਰਕਾਰ ਨੂੰ ਚੱਲਦਿਆਂ। ਇੱਕ ਸਿੰਗਲ ਕੇਸ ਮੈਨੂੰ ਦਿਖਾਓ ਜਿਹੜਾ ਪੰਜਾਬ ਸਰਕਾਰ ਦਾ ਕੇਸ ਹੋਵੇ, ਇਹਨਾਂ ਨੇ ਜਿੱਤ ਕੇ ਦਿਖਾਇਆ ਹੋਵੇ। ਜਿਹੜੇ ਕੋਲ ਵਾਸ਼ ਵਾਲਾ ਕਿੰਨੇ 100 ਕਰੋੜ ਰੁਪਈਆ ਸੀਗਾ, ਉਹ ਇਸੇ ਹੀ ਅਤੁਲ ਨੰਦਾ ਐਂਡ ਗਰੁੱਪ ਨੇ ਜਿਹੜਾ ਜੀ ਉਹ ਪਵਾਇਆ। ਅਤੁਲ ਨੰਦਾ, ਮੈਂ ਓਪਨਲੀ ਜਿਹੜਾ ਜੀ ਉਹ ਕਹੂੰਗਾ, ਉਹ ਕੀ ਕਰਦੇ ਨੇ, ਜਿਹੜੇ ਅਹਿਮ ਕੇਸ ਨੇ ਇਹਨਾਂ ਨੂੰ ਉਹ ਅਹਿਮ ਨਹੀਂ ਮੰਨਦੇ।
ਚਾਹੇ ਉਹ ਮੁਲਤਾਨੀ ਹੋਰਾਂ ਵਾਲਾ ਕੇਸ ਹੋਵੇ, ਚਾਹੇ ਇਹ ਕੇਸ ਹੋਵੇ, ਇਹ ਬਹੁਤ ਅਹਿਮ ਕੇਸ ਸਨ, ਇਹਨਾਂ ਨੂੰ ਅਹਿਮ ਨਹੀਂ ਮੰਨਦੇ। ਸਰਕਾਰ ਬਦਲੀ ਇਹਨਾਂ ਦੀ। ਹਾਂ, ਬਾਕੀ ਕੇਸਾਂ ਦੇ ਵਿੱਚ ਦਿੱਲੀ ਤੋਂ ਵਕੀਲ ਲਿਆਉਂਦੇ ਆ ਸਰਕਾਰ ਦੇ ਖਰਚੇ ਦੇ ਉੱਤੇ, ਔਰ ਉਹਦੇ ਵਿੱਚੋਂ ਕਮਿਸ਼ਨ ਆਪਣਾ ਲੈਂਦੇ ਆ। ਠੀਕ ਹੈ ਨਾ, ਬੜੀ ਵੱਡੀ ਗੱਲ। ਹਾਂ, ਜਿਹੜਾ ਜਦੋਂ ਦਿਨਕਰ ਗੁਪਤਾ ਹੋਰਾਂ ਦੀ ਜਿਹੜੀ ਪੋਸਟਿੰਗ ਚੈਲੰਜ ਹੋਈ ਆ, ਉਹਨਾਂ ਨੂੰ ਜਿਹੜੇ ਆਪਣੇ ਮੁਸਤਫਾ ਸਾਹਿਬ ਨੇ ਤੇ ਜਿਹੜੇ ਚਟੋਪਾਧਿਆ ਨੇ, ਇਹਨਾਂ ਨੇ ਚੈਲੰਜ ਕੀਤਾ ਸੀ, ਹਾਈ ਕੋਰਟ 'ਚ ਕੀਤਾ ਸੀ। ਕੁਲਵੰਤ ਸਿੰਘ ਜੀ ਉਦੋਂ ਜਿਹੜੇ ਸਾਬਕਾ ਭਾਰਤ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਚਿਦੰਬਰਮ ਸਾਹਿਬ, ਉਹਨਾਂ ਨੂੰ ਲਿਆ ਕੇ ਭੁਗਤਾਇਆ ਗਿਆ ਸੀ ਅਦਾਲਤ ਦੇ ਵਿੱਚ। ਬਿਲਕੁਲ ਉੱਥੋਂ ਆਇਆ ਸੀ। ਜੇ ਉਹੋ ਜਿਹੇ ਕੇਸ ਦੇ ਵਿੱਚ ਅਹਿਮ ਵਕੀਲ ਲਿਆ ਕੇ ਭੁਗਤਾਏ ਜਾ ਸਕਦੇ ਆ, ਮੁਲਤਾਨੀ ਵਾਲੇ ਕੇਸ ਦੇ ਵਿੱਚ ਕਿਹਨੇ ਵਾਗਾਂ ਜਿਹੜੀਆਂ ਸੀ ਉਹ ਖੁੱਲੀਆਂ ਛੱਡੀਆਂ। ਔਰ ਇਸ ਅਹਿਮ ਕੇਸ ਦੇ ਵਿੱਚ ਇਹ ਫੈਸਲਾ ਇਹ ਨਾ ਭੁੱਲੋ ਸ਼ਾਮ ਨੂੰ 5:45 ਵਜੇ ਆਇਆ। ਮੋਸਟਲੀ ਅਦਾਲਤਾਂ ਦੇ ਵਿੱਚ, ਹਾਈ ਕੋਰਟ ਦੇ ਵਿੱਚ ਜਿਹੜੇ ਜੱਜ ਸਾਹਿਬਾਨ ਨੇ ਉਹ 4 ਵਜੇ ਤੋਂ ਬਾਅਦ ਨਹੀਂ ਲੱਭਦੇ। ਠੀਕ ਹੈ, 5:45 ਵਜੇ ਕਿਉਂ ਆਇਆ? ਕਿਉਂਕਿ ਉਹ ਇੱਕ ਗੱਲ ਕਹਿੰਦੇ ਰਹੇ ਕਿ ਇਹਦੇ ਉੱਤੇ ਆਰਗੂਮੈਂਟ ਕਰੋ, ਤੁਸੀਂ ਇਹਦੇ ਉੱਤੇ ਆਰਗੂਮੈਂਟ ਕਰੋ। ਆਰਗੂਮੈਂਟ ਨਹੀਂ ਕੀਤੀ ਗਈ ਇਹਦੇ ਉੱਤੇ, ਔਰ ਜੇ ਕੀਤੀ ਗਈ ਤਾਂ ਉਹ ਗਲੋਂ ਗਲਾਵਾਂ ਜਿਹੜਾ ਉਹ ਲਾਇਆ ਗਿਆ। ਉਹਨਾਂ ਨੂੰ ਨਹੀਂ ਦੱਸਦਾ ਸੀਗਾ ਕਿ ਇਸ ਕੇਸ ਦਾ ਕਿੱਡਾ ਵੱਡਾ ਮਹੱਤਵ ਆ ਪੰਜਾਬ ਦੀ ਸਰਕਾਰ ਦੇ ਵਾਸਤੇ। ਉਸ ਪੰਜਾਬ ਦੀ ਸਰਕਾਰ ਦੇ ਵਾਸਤੇ ਜਿਹੜੀ ਬਣੀ 2 ਚੀਜ਼ਾਂ ਦੇ ਉੱਤੇ ਸੀ, ਇੱਕ ਤਾਂ ਚਿੱਟੇ ਵਾਲਾ ਮਸਲਾ ਤੇ ਇੱਕ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ, ਉਹਦੇ ਤੇ ਉਦੋਂ ਬਾਅਦ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਉਹਦੇ ਇਨਸਾਫ ਦਿਵਾਉਣ ਦੇ ਵਾਸਤੇ। ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੈਂ ਕਿਤੇ ਨਹੀਂ ਕਿਹਾ ਕਿ ਮੈਂ ਚਿੱਟਾ ਖਤਮ ਕਰ ਦੂੰਗਾ, ਜਾਂ ਮੈਂ ਲੱਕ ਤੋੜਨ ਨੂੰ ਕਿਹਾ ਸੀ ਮੈਂ ਲੱਕ ਤੋੜ ਦੂੰਗਾ। ਲੱਕ ਟੁੱਟਿਆ ਤੇ ਰਿਪੇਅਰ ਹੋਇਆ। ਹਾਂ, ਉਹ ਹੁਣ ਅੱਛਾ, ਇਹ ਦੂਸਰਾ ਸੀ ਇਹ ਮੁੱਦਾ। ਇਹ ਤਾਂ ਉਦੋਂ ਵੀ ਪਿੱਛੇ ਜਾ ਪਿਆ ਜੀ। ਉਹਦਾ ਤਾਂ ਕਹਿੰਦੇ ਅਸੀਂ ਲੱਕ ਤੋੜ ਦਿੱਤਾ। ਇੱਥੇ ਤਾਂ ਤੁਸੀਂ ਕਿਸੇ ਦਾ ਕੱਖ ਵੀ ਨਹੀਂ ਕਰ ਸਕੇ ਜੀ। ਇੱਥੇ ਤੁਸੀਂ ਕਿਸੇ ਦਾ ਕੁਝ ਵੀ ਨਹੀਂ ਕਰ ਸਕੇ। ਉਹ ਤੁਸੀਂ ਇਹ ਕਹ ਲਓ ਕਿ ਭੋਰਾ ਵੀ, ਵਾਲ ਵੀ ਵਿੰਗਾ ਉਹਨਾਂ ਦਾ ਨਹੀਂ ਜਿਹੜਾ ਉਹ ਕਰ ਸਕੇ। ਮਹਿੰਦਰਪਾਲ ਬਿੱਟੂ ਦਾ ਮਰਡਰ ਹੁੰਦਾ ਜੇਲ੍ਹ ਦੇ ਵਿੱਚ। ਕੁਝ ਲੋਕ ਨੇ ਜਿਹੜੇ ਤੱਤੇ ਖਿਆਲਾਂ ਵਾਲੇ ਆ, ਉਹ ਧਮੱਚੜ ਪਾਉਂਦੇ ਇਸ ਮਾਮਲੇ ਤੇ ਅਸੀਂ ਬਦਲਾ ਲੈ ਲਿਆ। ਮੈਂ ਉਦੋਂ ਵੀ ਇਹ ਗੱਲ ਜਿਹੜੀ ਉਠਾਈ ਸੀ ਕੁਲਵੰਤ ਸਿੰਘ ਜੀ, ਵੀ ਉਹ ਇੱਕ ਬਹੁਤ ਅਹਿਮ ਕੜੀ ਸੀ ਇਸ ਸਾਰੇ ਮਾਮਲੇ ਦੇ ਵਿੱਚ। ਬਹੁਤ ਵੱਡੀ ਕੜੀ ਸੀ। ਉਹਦਾ ਕਤਲ ਹੋਣਾ ਮਤਲਬ ਕਿ ਇਨਸਾਫ ਤੋਂ ਅਸੀਂ ਕਈ ਕੋਹਾਂ ਦੂਰ ਹੋ ਗਏ। ਮੌੜ ਬੰਬ ਧਮਾਕਾ ਹੋਇਆ ਸੀ। ਮੌੜ ਬੰਬ ਧਮਾਕੇ ਦੀ ਜਾਂਚ ਜਿਹੜੀ ਆ ਉਹੀ SIT ਦੇ ਹੈੱਡ ਕਰ ਰਹੇ ਸੀਗੇ ਰਖੜਾ ਸਾਹਿਬ, ਜਿਹੜੇ ਕਿ ਖਰੜਾ ਸਾਹਿਬ, ਸੌਰੀ, ਰਣਬੀਰ ਸਿੰਘ ਖਰੜਾ, ਹੁਣ ਰਿਟਾਇਰ ਹੋ ਗਏ ਉਹ ਕਰ ਰਹੇ ਸੀਗੇ। ਔਰ ਜਿਹੜੀ SIT ਸੀਗੀ ਬੇਅਦਬੀ ਵਾਲੀਆਂ ਘਟਨਾਵਾਂ ਦੀ, ਉਹਦੀ ਵੀ ਜਾਂਚ ਉਹੀ ਕਰ ਰਹੇ ਸੀਗੇ। ਜਦੋਂ ਉਹ ਮੌੜ ਬੰਬ ਧਮਾਕੇ ਵਾਲੇ ਜਿਹੜੇ ਅਹਿਮ ਵਿਅਕਤੀ ਨੇ ਉਹਨਾਂ ਨੂੰ ਫਾਈਂਡ ਆਊਟ ਕਰ ਲੈਂਦੇ ਆ ਕਿੱਥੋਂ ਕੁੱਕਰ ਲਿਆ ਗਿਆ, ਕੀ ਹੋਇਆ, ਉਹ ਜਿਹੜੀ SIT ਆ ਬੰਦਿਆਂ ਦਾ ਪਿੱਛਾ ਕਰਦੀ ਆ। ਪਿੱਛਾ ਕਰਦੀ ਉਹ ਜਾ ਕੇ ਜਿਹੜੀ ਜਾਂਚ ਆ ਉਹਦੇ ਬਾਹਰ ਜਾ ਕੇ ਗੇਟ ਦੇ ਬਾਹਰ ਖੜੋਂਦੇ, ਕਿਉਂਕਿ ਬੰਦੇ ਅੰਦਰ ਚੱਲ ਜਾਂਦੇ ਆ, ਉਹਨਾਂ ਦੇ ਫੋਨ ਸਵਿਚ ਆਫ ਹੋ ਜਾਂਦੇ ਆ। ਠੀਕ ਆ ਜੀ, ਇਹ ਉਹੀ, ਕਿਉਂਕਿ ਦੋਨੋਂ ਚੀਜ਼ਾਂ ਆਪਸ ਦੇ ਵਿੱਚ, ਜਾਂ ਡੇਰਾ ਜਿਹੜਾ ਉਹ ਇਹ ਆਪਸ ਦੇ ਵਿੱਚ ਮਿਲਦੀਆਂ ਨੇ। ਮਹਿੰਦਰਪਾਲ ਬਿੱਟੂ ਕੌਣ ਹੈ? ਉਹ ਅਹਿਮ ਕੜੀ ਸੀ, ਉਹ ਮੇਨ ਬੰਦਾ ਜਿਹੜਾ ਸੀਗਾ। ਇੱਕ ਡੇਰਾ ਪ੍ਰੇਮੀ ਦਾ ਮਰਡਰ ਹੋਇਆ ਸੀਗਾ ਇੱਥੇ, ਜਿੱਥੇ ਮੋਰਚਾ ਲੱਗਿਆ ਸੀਗਾ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਉੱਤੇ। ਉੱਥੇ ਉਹ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ, ਉਦੋਂ ਅਕਾਲੀ ਸਰਕਾਰ ਸੀ ਅਜੇ। ਅੱਛਾ, ਉਹਨੂੰ ਦਬਾਇਆ ਕਿਵੇਂ ਜਾਂਦਾ? ਹਾਂਜੀ, ਉਦੋਂ ਦੀ ਮੈਂ ਜਿਹੜੀ ਉਹ ਗੱਲ ਕਰ ਬਰਗਾੜੀ ਦਾ, ਉਹਦੀ ਜਿਹੜੀ ਵਾਈਫ ਆ, ਜਿਹੜਾ ਡੇਰਾ ਪ੍ਰੇਮੀ ਦੀ ਵਾਈਫ ਆ, ਉਹ 8 ਪੜ੍ਹੀ ਹੋਈ ਆ। 8 ਪੜ੍ਹੀ ਹੋਈ ਨੂੰ ਕਾਂਸਟੇਬਲ ਭਰਤੀ ਕੀਤਾ ਜਾਂਦਾ ਰਾਤੋਂ ਰਾਤ। ਉਹ ਅੱਜ ਵੀ ਕੋਟਕਪੂਰੇ ਦੇ ਵਿੱਚ ਤਾਇਨਾਤ ਹੈ। ਉਹ ਕਿਵੇਂ ਭਰਤੀ ਹੋਈ? 8 ਪੜ੍ਹੀ ਕਾਂਸਟੇਬਲ ਕਿਵੇਂ ਬਣ ਗਈ? ਕਿਵੇਂ ਬਣਾ ਦਿੱਤਾ ਗਿਆ? ਕੀ ਕੁਛ ਜਿਹੜਾ ਇਹਨਾਂ ਮਾਮਲਿਆਂ ਦੇ ਉੱਤੇ ਹੋਇਆ ਜੀ, ਇਹ ਕੀ ਸਾਰੇ ਭੇਦ ਹੀ ਰਹਿ ਜਾਣਗੇ? ਕੀ ਕੁਛ ਵੀ ਜਿਹੜਾ ਜੀ ਉਹ ਬਾਹਰ ਨਹੀਂ ਆਊਗਾ? ਇਹ ਬਹੁਤ ਸਾਰੇ ਜਿਹੜੇ ਜੀ ਉਹ ਸਵਾਲ ਨੇ। SIT 2 ਨੇ। ਇੱਕ SIT ਜੇ ਮੈਂ ਤੁਹਾਨੂੰ ਦੱਸਿਆ ਜਿਹੜੀ ਖਟੜਾ ਸਾਹਿਬ ਵਾਲੀ ਆ, ਉਹ ਰੱਦ ਕਰਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਉਹਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਰੱਦ ਕਰਤੇ। ਇਹ ਕਹਿਤਾ ਕਿ ਨਵੀਂ SIT ਬਣਾ ਦਿਓ। ਹੁਣ ਜਿਹੜੀ ਦੂਜੀ SIT, ਜਿਹੜੀ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ, ਜਿਹਦੇ ਵਿੱਚ ਕੋਟਕਪੂਰੇ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਬੈਠੀ ਜਿਹੜੀ ਸੰਗਤ ਸੀਗੀ, ਜਾਪ ਕਰ ਰਹੀ ਸੀ ਸਤਨਾਮ ਵਾਹਿਗੁਰੂ ਦਾ, ਉਹਨਾਂ ਦੇ ਉੱਤੇ ਪਾਣੀ ਦੀਆਂ, ਗੰਦੇ ਪਾਣੀ ਦੀਆਂ, ਸੀਵਰੇਜ ਵਾਲੇ ਪਾਣੀ ਦੀਆਂ ਬਛਾਰਾਂ ਮਾਰੀਆਂ ਜਾਂਦੀਆਂ ਲਿਆ ਕੇ। ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ, ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਆ। ਮੁੜ ਕੇ ਬਹਿਬਲ ਦੇ ਵਿੱਚ ਜਾ ਕੇ ਜਿਹੜੀ, ਕਿਉਂਕਿ ਉੱਥੇ ਸੰਗਤ ਇਕੱਠੀ ਹੋ ਗਈ ਜਦੋਂ ਇੱਥੋਂ ਤੋੜਤੀ, ਉੱਥੇ ਜਾ ਕੇ ਗੋਲੀ ਜਿਹੜੀ ਆ ਜੀ ਸਿੱਧੀ ਚਲਾ ਕੇ 2 ਜਾਣੇ ਮਾਰੇ ਜਾਂਦੇ ਆ। ਜਿਹੜਾ ਇਹਨਾਂ ਨੇ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਸੀ ਆਪਣੇ ਬਾਦਲ ਸਰਕਾਰ ਨੇ, ਉਹ ਜਦੋਂ ਇਹਦੀ ਫੁਟੇਜ ਲੱਭਦਾ
ਇਹ ਕਿਹਾ ਜਾਂਦਾ ਜਿਹੜੀ ਕੋਟਕਪੂਰੇ ਵਾਲੀ ਫੁਟੇਜ ਹੈ ਕਿ ਇੱਕ ਟਰੱਕ ਆਇਆ ਸੀਗਾ ਤੇ ਜਿਹੜੇ ਕੈਮਰੇ ਲੱਗੇ ਸੀਗੇ ਉਹ ਉਸ ਜਗ੍ਹਾ ਦੇ ਉੱਤੇ ਉਸ ਪੋਲ ਦੇ ਵਿੱਚ ਵੱਜਿਆ ਟਰੱਕ ਤੇ ਉਹ ਕੈਮਰੇ ਖਤਮ ਹੋ ਗਏ। ਪਰ ਜਦੋਂ ਬਾਅਦ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਬਣਦਾ ਉਹ ਫੁਟੇਜ ਲੱਭ ਲੈਂਦਾ। ਉਹ ਕੈਮਰੇ ਕਿਤੇ ਨਹੀਂ ਸੀ ਗਏ ਔਰ ਉਹ ਜਿਹੜੀ ਫੁਟੇਜ ਆ ਉਹ ਬਹੁਤ ਅਹਿਮ ਕੜੀ ਹੈ ਇਹਦੇ ਵਿੱਚ। ਵਿੱਚੋਂ ਕੁਝ ਫੁਟੇਜ ਡਿਲੀਟ ਵੀ ਕੀਤੀ ਇਹਨਾਂ ਨੇ। ਡਿਲੀਟ ਹੋਈ ਹੋਊਗੀ ਪਰ ਉਹਦੇ ਵਿੱਚ ਇਹ ਆ ਕਿ ਉਹ ਬਹੁਤ ਅਹਿਮ ਹੈ। ਉਹਦੇ ਵਿੱਚ ਜਿਹੜੇ ਅਫਸਰਾਂ ਦੇ ਉੱਤੇ ਮਾਮਲੇ ਚਲਾਏ ਗਏ ਉਹ ਸਾਰੇ ਦੇ ਸਾਰੇ ਉਹਦੇ ਵਿੱਚ ਦਿਸਦੇ ਆ। ਉਹਨਾਂ ਦੀ ਕੋਟਕਪੂਰੇ ਡਿਊਟੀ ਨਹੀਂ ਸੀ, ਉਹ ਤਾਂ ਲੁਧਿਆਣੇ ਲੱਗੇ ਹੋਏ ਸੀ। ਬਿਲਕੁਲ ਉਹ ਉਹਨਾਂ ਦਾ ਇੱਥੇ ਕੰਮ ਕੀ ਸੀਗਾ? ਨਹੀਂ ਉਮਰਾਨਗਲ ਦੇ ਨਾਲ ਗਏ। ਹਾਂ, ਉਹਦੇ ਨਾਲ ਗਏ ਕਿਉਂਕਿ ਉਹ ਆਪਣੀ ਟੀਮ ਲੈ ਕੇ ਆਇਆ। ਉਹ ਸਮੇਤ ਸੈਣੀ ਹੋਰਾਂ ਦਾ ਖਾਸ ਸੀਗਾ। ਉਹ ਕਿਉਂ ਇੱਥੇ ਜਿਹੜਾ ਦੀ ਉਹ ਆਇਆ, ਉਹਨੇ ਕਿਉਂ ਇੰਨੀ ਜਿਹੜੀ ਉਹ ਸਖਤੀ ਕੀਤੀ? ਇਹ ਸਾਰੇ ਸਵਾਲਾਂ ਦੇ ਜਵਾਬ ਲੱਭ ਗਏ ਸੀ। ਬਹੁਤ ਸਾਰੇ ਸਵਾਲਾਂ ਦੇ ਜਵਾਬ ਤਾਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਰਿਪੋਰਟ ਨੇ ਦੇਤੀ ਸੀ। ਉਹ ਮੈਂ ਕਈ ਵਾਰੀ ਪੜ੍ਹੀ। ਰਾਤ ਜਦੋਂ ਫੈਸਲਾ ਆਇਆ, ਰਾਤ ਮੈਂ ਲੰਮਾ ਸਮਾਂ ਲਾ ਕੇ ਫੇਰ ਪੜ੍ਹੀ ਕਿ ਵੀ ਉਹਦੇ ਕਿਉਂਕਿ ਉਹ ਚੀਜ਼ਾਂ ਨੇ ਕੱਲ ਨੂੰ ਬਹੁਤ ਅਹਿਮ ਕੜੀ ਬਣਨਾ। ਬਿਲਕੁਲ ਜੇ ਬਣੀਆਂ ਤਾਂ। ਹੁਣ ਤਾਂ ਮੈਨੂੰ ਜਿਹੜਾ ਇਹ ਸ਼ੱਕ ਹੋਣ ਲੱਗ ਗਿਆ ਕੁਲਵੰਤ ਸਿੰਘ ਦੀ ਕਿ ਆਉਂਦੇ ਸਮੇਂ ਦੇ ਦੌਰਾਨ ਇਹ ਸਰਕਾਰ ਇਹ ਕਹੂਗੀ ਨਹੀਂ ਤੁਸੀਂ ਐਵੇਂ ਬੋਲਦੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਹੀਂ ਵਾਪਰੀਆਂ, ਇਹ ਐਵੇਂ ਕਿਸੇ ਨੇ ਅਫਵਾਹ ਉਡਾਤੀ ਸੀਗੀ। ਕੋਈ ਗੁਰੂ ਗ੍ਰੰਥ ਸਾਹਿਬ ਚੋਰੀ ਨਹੀਂ ਹੋਇਆ, ਕਿਸੇ ਜਗ੍ਹਾ ਦੇ ਉੱਤੇ ਉਹਦੀ ਬੇਅਦਬੀ ਨਹੀਂ ਹੋਈ। ਹਾਂ, ਜਿਹੜੀ ਤੁਸੀਂ ਗੱਲ ਕਰਦੇ ਹੋ ਕਿ 2 ਜਣਿਆਂ ਦੀ ਮੌਤ ਹੋਈ ਆ, ਉਹ ਤਾਂ ਸਕੂਟਰ ਤੇ ਜਾਂਦੇ ਸੀ, ਇੱਕ ਟਰੱਕ ਵਾਲਾ ਫੇਟ ਮਾਰ ਗਿਆ। ਉਹਨਾਂ ਦੋਵਾਂ ਦੀ ਜਿਹੜੀ ਉਹ ਮੌਤ ਕਿਸੇ ਸੜਕ ਹਾਦਸੇ ਦੇ ਵਿੱਚ ਹੋਈ ਆ। ਇਹ ਐਵੇਂ ਉਹਦੇ ਥਾਂ ਮੜਿਆ ਜਾ ਰਿਹਾ। ਆਹੀ ਚੀਜ਼ ਬਾਕੀ ਜਿਹੜੀ ਉਹ ਬਚਦੀ ਆ। ਮੇਰਾ ਖਿਆਲ ਸਰਕਾਰ ਜਿੰਨੀ ਛੇਤੀ ਹੋ ਸਕਦਾ ਨਾ ਇਹੀ ਕਹਿ ਦੇਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕੋਈ ਘਟਨਾਵਾਂ ਨਹੀਂ ਹੋਈਆਂ। ਇਹ ਐਵੇਂ ਗਲਤ ਜਿਹੜਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ। ਕੋਈ 2 ਮੌਤਾਂ ਜਿਹੜੀਆਂ ਨਹੀਂ ਹੋਈਆਂ, ਕੋਈ ਲਾਠੀ ਚਾਰਜ ਨਹੀਂ ਹੋਇਆ, ਕੋਈ ਗੰਦੇ ਪਾਣੀ ਦੀਆਂ ਬੁਛਾਰਾਂ ਨਹੀਂ ਮਾਰੀਆਂ ਗਈਆਂ, ਕੋਈ ਅਸੀਂ 2017 ਦੇ ਵਿੱਚ ਵਾਅਦਾ ਨਹੀਂ ਸੀ ਕੀਤਾ ਕਿ ਅਸੀਂ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਵਾ ਕੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਾਂਗੇ। ਸਰਕਾਰ ਇਹ ਕਹਿ ਦੇ ਹੁਣ ਇਹੀ ਰਾਹ ਬਚਿਆ ਸਰਕਾਰ ਕੋਲੇ, ਹੋਰ ਕੋਈ ਰਾਹ ਨਹੀਂ ਬਚਿਆ। ਅੱਛਾ, ਇੱਕ ਚੀਜ਼ ਜਿਹੜੀ ਆ ਬੜੀ ਹੈਰਾਨੀਜਨਕ ਹੈਗੀ ਹੈ ਕਿ ਇੱਕ ਪਾਸੇ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਜਿਹੜੀ ਹੈ ਚਲਾਨ ਪੇਸ਼ ਕਰਨਾ ਸ਼ੁਰੂ ਕਰ ਦਿੰਦੇ ਨੇ ਅਦਾਲਤ ਦੇ ਵਿੱਚ, ਤਾਂ ਉਹਨਾਂ ਦੇ ਨਾਲ ਜਿਹੜੇ ਬਾਕੀ ਦੇ ਮੈਂਬਰ ਹੁੰਦੇ ਨੇ ਉਹ ਵਿਰੋਧ ਕਰ ਦਿੰਦੇ ਨੇ ਉਹਨਾਂ ਦਾ, ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ। ਇੱਥੋਂ ਤੱਕ ਕਿ ਜਿਹੜਾ ਮੁੱਖ ਮੰਤਰੀ ਕੋਲ ਵੀ ਜਿਹੜੇ ਜਾਂਦੇ ਨੇ ਤੇ ਹੋਰ ਕਾਫੀ ਕੁਛ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ। ਉਸ ਤੋਂ ਬਾਅਦ ਉਹ ਵਿਰੋਧ ਜਿਹੜਾ ਉਹ ਜਦੋਂ ਮੀਡੀਆ 'ਚ ਖਬਰਾਂ ਆ ਜਾਂਦੀਆਂ ਨੇ ਉਹ ਦਬ ਜਾਂਦਾ। ਹੁਣ ਦੁਬਾਰਾ ਜਿਹੜਾ ਉਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੇ ਉੱਤੇ ਜਿਹੜਾ ਹੈਗਾ ਉਹ ਦੁਬਾਰਾ ਜਿਹੜਾ ਉਹੀ ਕਹਿੰਦੇ ਨੇ ਵੀ ਇਹ ਬੰਦੇ ਜੀ ਜਿਹੜਾ ਇਹਨਾਂ ਨੇ ਨਿਰਪੱਖ ਜਾਂਚ ਨਹੀਂ ਕੀਤੀ, ਇਹਨਾਂ ਨੇ ਉਹਨੂੰ ਦਬਕੇ ਮਾਰੇ ਨੇ ਵੀ ਤੂੰ ਕੇਸ ਵਾਪਸ ਲੈ ਆਪਣਾ ਜਿਹੜਾ ਉਹ ਕੁਐਸ਼ਨਿੰਗ ਵਾਸਤੇ ਪਾਇਆ ਹੋਇਆ 499 ਦੇ ਤਹਿਤ, ਤੇ ਉਹੀ ਚੀਜ਼ ਨੂੰ ਦੁਬਾਰਾ ਲਿਆ ਕੇ ਫਿਰ ਉੱਥੇ ਕੀਤਾ ਜਾਂਦਾ। ਫਿਰ ਇੱਕ ਆਖਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ? ਕਿਉਂਕਿ ਇਹਨਾਂ ਨੇ ਸਹੀ ਜਾਂਚ ਕੀਤੀ ਹੈ ਜਾਂ ਫਿਰ ਇਹ ਗਲਤ ਜਾਂਚ ਕਰ ਰਹੇ ਸੀ ਤਾਂ ਸਾਰੇ ਇਹਨਾਂ ਦੇ ਮਗਰ ਪੈ ਗਏ? ਦੇਖੋ, ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਤਾਂ ਕੰਮ ਬੋਲਦਾ, ਠੀਕ ਹੈ ਨਾ। ਉਹ ਜਦੋਂ ਕਿਡਨੀ ਕਾਂਡ ਹੋਇਆ ਸੀਗਾ ਉਸ ਮਾਮਲੇ ਦੇ ਵਿੱਚ ਕਿਸ ਬੰਦੇ ਨੇ ਜਿਹੜਾ ਜੋ ਕੱਢਿਆ ਸੀਗਾ, ਤੁਸੀਂ ਇੱਕ ਦੋਸ਼ ਤਾਂ ਲਾਓ ਉਸ ਬੰਦੇ ਦੇ ਉੱਤੇ, ਇੱਕ ਸਿੰਗਲ ਕਰਪਸ਼ਨ ਦਾ ਦੋਸ਼ ਉਹਦੇ ਉੱਤੇ ਜਿਹੜਾ ਜੀ ਕੋਈ ਲਾ ਕੇ ਦੱਸੇ। ਇਮਾਨਦਾਰ ਆਫੀਸਰ ਹੈ, ਇਮਾਨਦਾਰ ਬੰਦਾ ਜਿਹੜਾ ਜੀ ਉਹ ਬਹੁਤ ਸਾਰਿਆਂ ਦੀ ਅੱਖਾਂ ਦੇ ਵਿੱਚ ਰੜਕਦਾ ਕਿਉਂਕਿ ਉਹ ਵਿਕਦਾ ਨਹੀਂ, ਉਹ ਡਰਦਾ ਨਹੀਂ। ਸਿੰਪਲ ਜੀ ਗੱਲ ਹੈ, ਠੀਕ ਹੈ। ਜਿਹੜਾ ਵਿਕਦਾ ਨਹੀਂ, ਜਿਹੜਾ ਬੰਦਾ ਡਰਦਾ ਨਹੀਂ, ਉਹ ਅੱਖਾਂ ਦੇ ਵਿੱਚ ਜਿਹੜਾ ਜੀ ਉਹ ਰੜਕੂਗਾ। ਮੇਰੀ ਚਾਚੇ ਚਲਾਨ ਪੇਸ਼ ਹੋਣ ਦੇ ਟਾਈਮ ਨਹੀਂ, ਜੇ ਤੁਸੀਂ ਥੋੜ੍ਹਾ ਜਿਹਾ ਉਹਨੂੰ ਲਿਆਓ ਤਾਂ ਜਦੋਂ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਆ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸਮਨਿੰਗ ਕੀਤੀ ਸੀ। ਸਮਨਿੰਗ ਕੀਤੀ, ਸੁਖਬੀਰ ਬਾਦਲ ਨੇ ਵੀ ਕੀਤੀ ਸੀ। ਉਦੋਂ ਹੀ ਜਿਹੜਾ ਜੀ ਉਹ ਜਿਹੜੇ ਆਫੀਸਰ ਸੀਗੇ ਉਹ ਪਛਾਣ ਹਟ ਗਏ ਸੀਗੇ। ਬਿਲਕੁਲ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਹਿਤਾ ਸੀ ਮੈਂ IG ਲੈਵਲ ਦੇ ਆਫੀਸਰ ਸਾਹਮਣੇ ਨਹੀਂ ਪੇਸ਼ ਹੋਣਾ। ਐਕਚੁਅਲੀ ਉਹ IG ਲੈਵਲ ਦੀ ਗੱਲ ਨਹੀਂ ਸੀ, ਉਹ ਕੁੰਵਰ ਵਿਜੇ ਪ੍ਰਤਾਪ ਸੀ। ਠੀਕ ਹੈ ਨਾ। ਉਦੋਂ ਹੀ ਜਿਹੜਾ ਜੀ ਇਹ ਪੈਣਾ ਸ਼ੁਰੂ ਹੋ ਗਿਆ ਸੀ। ਪਰ ਇੱਕ ਗੱਲ ਜਿਹੜੀ ਜਿੱਥੇ ਵੀ ਮੈਂ ਕਵਰੇਜ ਕਰਦਾ ਸੀ, ਮੈਂ ਇੱਕ ਗੱਲ ਕਹਿੰਦਾ ਰਿਹਾ ਬਾਰ-ਬਾਰ ਵੀ ਜਿੰਨੀ ਦੇਰ ਤੱਕ ਕੁੰਵਰ ਵਿਜੇ ਪ੍ਰਤਾਪ ਹੋਰੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ, ਉਹ ਕੁਛ ਨਾ ਕੁਛ ਕੱਢ ਕੇ ਜ਼ਰੂਰ ਲਿਆਉਣਗੇ। ਅੱਛਾ, ਮੈਂ ਤੁਹਾਨੂੰ ਰੋਕਾਂਗਾ ਇੱਥੇ ਕਿ IG IO ਹੈ, ਇਨਵੈਸਟੀਗੇਟਿੰਗ ਆਫਿਸਰ ਹੈ, ਤਫਤੀਸ਼ੀ ਅਫਸਰ ਆ ਉਹ ਤਾਂ ਇੱਕ ਹੌਲਦਾਰ ਵੀ ਲਾਇਆ ਜਾ ਸਕਦਾ, ਕੋਈ ਵੀ ਲਾਇਆ ਜਾ ਸਕਦਾ। ਫਿਰ ਇਹ ਕਿਹਾ ਜਾ ਸਕਦਾ ਵੀ ਕੋਈ ਕਹਿ ਸਕਦਾ ਵੀ ਜਿਹੜਾ ਵੀ ਮੈਂ ਉਹਦੇ ਕੋਲ ਪੇਸ਼ ਨਹੀਂ ਹੋਣਾ, ਮੈਂ ਤਾਂ ਕਿਸੇ ਵੱਡੇ ਅਫਸਰ ਕੋਲ ਪੇਸ਼ ਕਰੋ। ਤੇ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ। ਜਿਹੜਾ IO ਹੈ, ਇਨਵੈਸਟੀਗੇਸ਼ਨ ਆਫਿਸਰ ਹੈ, ਜਿਹੜਾ ਉਹ ਇਨਵੈਸਟੀਗੇਸ਼ਨ ਕਰ ਰਿਹਾ, ਉਹ ਤਾਂ ਕੋਈ ਵੀ ਹੋ ਸਕਦਾ, ਹੌਲਦਾਰ ਵੀ ਲਾਇਆ ਜਾ ਸਕਦਾ, ਕੋਈ ਵੀ ਜਿਹੜਾ ਨਹੀਂ ਉਹ ਹੋ ਸਕਦਾ। ਪਰ ਉਦੋਂ ਇਹ ਗੱਲ ਆਖੀ ਗਈ, ਇਹ ਗੱਲ ਕਿਉਂਕਿ ਡਰ ਤਾਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਸੀਗਾ ਨਾ ਜੀ ਵੀ ਉਹਨਾਂ ਨੇ ਸਵਾਲ ਕਰਨੇ ਆ, ਉਹਨਾਂ ਦੇ ਸਵਾਲ ਜਿਹੜੇ ਆ ਉਹ ਤਿੱਖੇ ਹੋ ਸਕਦੇ ਆ, ਜਾਂ ਹੋ ਸਕਦਾ ਕਿ ਉਹਨਾਂ ਦੇ ਜਵਾਬ ਜਿਹੜੇ ਦੀ ਉਹ ਨਾ ਆਉਣ। ਕੜੀਆਂ ਤਾਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਕੱਢ ਲਈਆਂ ਨਾ, ਉਹ ਤਾਂ ਉਹਨਾਂ ਨੇ ਕੱਢੀਆਂ ਸੀ ਬਈ ਜਿਹੜੀ ਇਹ ਕਿਉਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਮੁੰਬਈ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਕਿਉਂ ਹੁੰਦੀ ਆ ਅਕਸ਼ੇ ਕੁਮਾਰ ਦੇ ਘਰ ਦੇ ਕੋਲੇ। ਉਹ ਟਵੀਟ ਜਿਹੜਾ ਉਹਦਾ ਸਕਰੀਨਸ਼ਾਟ ਮੇਰੇ ਕੋਲੇ ਅੱਜ ਵੀ ਪਿਆ ਅਕਸ਼ੇ ਕੁਮਾਰ ਦੀ ਪਤਨੀ ਦਾ,
ਜਿਹੜੀ ਉਹ ਕਹਿੰਦੀ ਆ ਕਿ ਇੱਥੇ ਮੇਰੇ ਘਰੇ ਜਿਹੜਾ ਉਹ ਆ ਕੇ ਰਹਿਣ, ਜਿਹੜਾ ਜੀ ਉਹ ਲੱਗਿਆ ਗੁਰਮੀਤ ਰਾਮ ਰਹੀਮ, ਉਹਦੇ ਨਾਲ ਮੀਟਿੰਗ ਦਾ ਮਤਲਬ ਕੀ ਸੀਗਾ ਜੀ? ਜਿਹੜੀ ਉਹਦੀ ਫਿਲਮ ਆਉਣੀ ਸੀਗੀ ਔਰ ਮੈਸੇਂਜਰ ਆਫ ਗੋਡ ਪਹਿਲੀ ਆਈ, ਉਹ ਪੰਜਾਬ 'ਚ ਨਹੀਂ ਲੱਗੀ ਕਿਉਂਕਿ ਪੰਜਾਬ ਨੇ ਪਾਬੰਦੀ ਲਾਤੀ। ਉਹ ਸੈਕਿੰਡ ਇੱਥੇ ਰਿਲੀਜ਼ ਕਰਨੀ ਚਾਹੁੰਦਾ ਸੀਗਾ। ਇਹ ਆਖਿਆ ਗਿਆ ਵੀ ਰਿਲੀਜ਼ ਕਰਨ ਤੋਂ ਪਹਿਲਾਂ ਉਹਨੂੰ ਮਾਫੀ ਦਿੱਤੀ ਜਾਵੇ। ਅੱਜ ਵੀ ਤੁਸੀਂ YouTube ਦੇ ਉੱਤੇ ਜਾ ਕੇ ਸਰਚ ਕਰ ਲੈਣਾ, ਗੁਰਮੁਖ ਸਿੰਘ ਉਹਨਾਂ ਦਾ ਨਾਮ ਸੀ, ਨਾਮ ਗੁਰਮੁਖ ਸੀ, ਬਾਅਦ ਦੇ ਵਿੱਚ ਉਹ ਮੁੱਕਰ ਗਏ। ਉਹ ਇੱਕ ਤਖਤ ਦੇ ਜਥੇਦਾਰ ਸੀ। ਉਹ ਤਾਂ ਮੇਰੇ ਜਿੱਥੇ ਤੱਕ ਮੈਨੂੰ ਯਾਦ ਹੈ ਤਰਲੋਚਨ ਸਿੰਘ ਉਹਨਾਂ ਦਾ ਇੱਕ ਬਿਆਨ ਆਇਆ ਸੀ, ਜਿਹੜੇ ਰਾਜ ਸਭਾ ਮੈਂਬਰ ਵੀ ਰਹੇ ਨੇ, ਉਹਨਾਂ ਦਾ ਬਿਆਨ ਆਇਆ ਸੀ ਕਿ ਮੇਰੇ ਸਾਹਮਣੇ ਇਹ ਸਾਰਾ ਕੁਝ ਜਿਹੜਾ ਮਾਫੀਨਾਮਾ ਜਿਹੜਾ ਤਿਆਰ ਕੀਤਾ ਗਿਆ ਸੀਗਾ, ਲਿਆਂਦਾ ਸੀਗਾ, ਇਹ ਲਿਖਿਆ ਲਿਖਾਇਆ ਕਾਗਜ਼ ਲਿਆਂਦਾ ਗਿਆ ਸੀ ਤੇ ਉਹਦੇ ਦੇ ਉੱਤੇ ਸਿਰਫ ਇੱਕ ਇਹ ਲਿਖਿਆ ਗਿਆ ਸੀਗਾ ਕਿ ਖੀਮਾ ਦਾ ਜੱਜ ਕਹਾਂ, ਇਹ ਸਿਰਫ ਇਹ ਲਿਖਿਆ ਸੀ, ਬਾਕੀ ਸਾਰਾ ਕੁਝ ਲਿਖਿਆ ਲਿਖਾਇਆ ਸਾਡੇ ਕੋਲ ਆਇਆ ਸੀ ਤੇ ਉਹਦੇ 'ਤੇ ਸਿਗਨੇਚਰ ਹੋਏ ਪਏ ਸੀਗੇ। ਚੰਡੀਗੜ੍ਹੋਂ ਤੁਰਦਾ ਇਹ ਜਿਹੜਾ, ਤੇ ਇੱਕ ਰਾਹ ਦੇ ਵਿੱਚ ਠਹਿਰਾਓ ਮਿਲਦਾ ਉਹਨੂੰ, ਉਹ ਜਲੰਧਰ ਹੈ। ਜਲੰਧਰ 'ਚ ਉਹਦੀ ਭਾਸ਼ਾ ਬਦਲ ਜਾਂਦੀ ਹੈ ਫਿਰ। ਬਿਲਕੁਲ ਉਹ ਇੱਥੇ ਹੋਰ ਭਾਸ਼ਾ 'ਚ ਸੀਗਾ, ਜਲੰਧਰ ਤੋਂ ਉਹ ਦੂਜੀ ਭਾਸ਼ਾ ਦੇ ਵਿੱਚ ਉਹਦਾ। ਹੁਣ ਜਲੰਧਰ ਦੇ ਵਿੱਚ ਭਾਸ਼ਾ ਬਦਲਣ ਵਾਲਾ ਕੌਣ ਹੈ? ਬਹੁਤ ਸਾਰੇ ਲੋਕ ਜਾਣਦੇ ਆ। ਕਿਸੇ ਟਾਈਮ ਇਹ ਚੱਲਦਾ ਹੁੰਦਾ ਸੀਗਾ ਵੀ ਸਰਕਾਰ ਕਿੱਥੋਂ ਚੱਲਦੀ, ਕਹਿੰਦੇ ਜਲੰਧਰੋਂ ਚੱਲਦੀ। ਉਹ ਇਸ ਕਰਕੇ ਉਹ ਉੱਥੇ ਜਿਹੜਾ ਜੀ ਉਹ ਬਦਲਦਾ। ਗੁਰਮੁਖ ਸਿੰਘ ਹੋਰਾਂ ਨੇ ਬੜੇ ਸਾਰੇ ਖੁਲਾਸੇ ਕੀਤੇ ਹਾਂ ਕਿ ਉੱਥੇ ਚੰਡੀਗੜ੍ਹ ਕੋਠੀ ਦੇ ਵਿੱਚ ਜਿਹੜੇ ਜਥੇਦਾਰ ਸੱਦੇ ਗਏ, ਇਹ ਆਖਿਆ ਗਿਆ ਆਹ ਸਲਿੱਪ ਲੈ ਜਾਓ ਤੇ ਜਾ ਕੇ ਜਿਹੜਾ ਜੀ ਤੁਸੀਂ ਉਹਨੂੰ ਮਾਫ ਕਰ ਦਿਓ। ਗੁਰਬਚਨ ਸਿੰਘ ਹੋਰਾਂ ਦੇ ਕੋਲੇ ਇਹ ਦੋਨੋਂ ਮਾਫੀਨਾਮੇ ਪਏ ਦੱਸਦੇ ਆ ਜੀ, ਐਵੇਂ ਨਹੀਂ ਉਹਨਾਂ ਨੂੰ ਇੰਨੀ ਦੇਰ ਬਿਠਾਈ ਰੱਖਿਆ ਜੀ, ਕੋਈ ਨਾ ਕੋਈ ਗੱਲ ਸੀਗੀ। ਅੱਛਾ, ਉਹ ਮੁੜ ਕੇ ਉਹਨੂੰ ਮਾਫੀ ਜਿਹੜੀ ਦੇ ਦਿੱਤੀ ਜਾਂਦੀ ਹੈ, ਉਹ ਮਾਫੀ ਦਾ ਰਿਐਕਸ਼ਨ ਬੜਾ ਸਟਰੋਂਗ ਆਉਂਦਾ ਕਿ ਕਿਉਂ ਮਾਫੀ ਦਿੱਤੀ ਗਈ, ਬਿਨਾਂ ਮੰਗੇ ਤੋਂ ਮਾਫੀ ਦਿੱਤੀ ਗਈ। ਉਹ ਤਾਂ ਪੇਸ਼ ਨਹੀਂ ਹੋਇਆ ਅੱਜ ਤੱਕ। ਉਹਨਾਂ ਨੇ ਕਹਿ ਵੀ ਦਿੱਤਾ ਸੀ ਅਸੀਂ ਮਾਫੀ ਮੰਗੀ, ਉਹਨਾਂ ਨੇ ਤਾਂ ਕਹਿਤਾ ਸੀ। ਅਕਾਲ ਤਖਤ ਦੀ ਇੱਕ ਪ੍ਰਥਾ ਰਹੀ ਹੈ ਕਿ ਉੱਥੇ ਆ ਕੇ ਪੇਸ਼ ਹੋਣਾ ਪੈਂਦਾ। ਮਹਾਰਾਜਾ ਰਣਜੀਤ ਸਿੰਘ ਵੀ ਪੇਸ਼ ਹੋਏ, ਮਤਲਬ ਕਿ ਉੱਥੇ ਪੇਸ਼ ਹੋਣਾ ਪੈਂਦਾ। ਉਹ ਨਹੀਂ ਪੇਸ਼ ਹੋਇਆ, ਉਂਝ ਹੀ ਉਹ ਦੇਤੀ, ਸਿਆਸਤ ਸੀ ਉਹਦੇ ਵਿੱਚ। ਉਹਨੂੰ ਠੀਕ ਠਹਿਰਾਉਣ ਦੇ ਵਾਸਤੇ 96 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਗੋਲਕ ਦਾ ਪੈਸਾ ਉਹਦੇ ਤੋਂ ਦਿੱਤੇ ਜਾਂਦੇ ਆ, ਫਿਰ ਉਹ ਮਾਫੀ ਵਾਪਸ ਲਈ ਜਾਂਦੀ ਹੈ। ਇਹ ਘਟਨਾਵਾਂ ਜਿਹੜੀਆਂ ਵਾਪਰੀਆਂ, ਇਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੇ ਕਾਰਨ ਨੇ। ਤੁਸੀਂ ਦੇਖੋ ਜੂਨ ਮਹੀਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਬੁਰਜ ਜਵਾਹਰ ਸਿੰਘ ਵਾਲਾ ਚੋਂ, ਠੀਕ ਹੈ ਜੀ। ਉਹ ਉਦੋਂ ਬਾਅਦ ਉਹ ਚਿੱਠੀ ਲਾ ਦਿੱਤੀ ਜਾਂਦੀ ਆ, ਪੋਸਟਰ ਲਾ ਦਿੱਤਾ ਜਾਂਦਾ ਵੀ ਜਿਹਨੂੰ ਤੁਸੀਂ ਪਿਓ ਕਹਿੰਦੇ ਆ ਉਹ ਸਾਡੇ ਕੋਲੇ ਆ, ਜੇ ਤੁਸੀਂ ਛਡਾ ਸਕਦੇ ਹੋ ਤਾਂ ਛਡਾ ਲਓ, ਨਹੀਂ ਤਾਂ ਫਿਰ ਜਿਹੜਾ ਉਹਦਾ ਹਸ਼ਰ ਕਰਾਂਗੇ ਅਸੀਂ, ਉਹ ਸਾਨੂੰ ਪਤਾ। ਔਰ ਜੋ ਉਹਨਾਂ ਨੇ ਕੀਤਾ, ਜੋ ਉਹਨਾਂ ਨੇ ਕੀਤਾ ਕਹਿ ਕੇ ਮਿੱਥ ਕੇ ਜਿਹੜਾ ਜੀ ਉਹ ਕੀਤਾ। ਪੰਜਾਬ ਦੇ ਵਿੱਚ ਕੁਲਵੰਤ ਸਿੰਘ ਜੀ ਬਹੁਤ ਮਾੜੇ ਸਮੇਂ ਆਉਂਦੇ ਰਹੇ ਆ। ਪੰਜਾਬ ਹਮੇਸ਼ਾ ਤੁਸੀਂ ਕਹ ਲਓ ਕਿ ਇਹੋ ਜਿਹੇ ਸਮਿਆਂ ਚੋਂ ਲੰਘਦਾ ਰਿਹਾ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਉਹਨਾਂ ਦੇ 2 ਵਾਰੀ ਲੁੱਟ ਹੁੰਦਾ ਸੀਗਾ, ਉਦੋਂ ਵੀ ਮਾੜੇ ਸਮੇਂ ਜਿਹੜੇ ਉਹ ਰਹਿੰਦੇ ਰਹੇ। ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਜਿਹੋ ਜਿਹੀਆਂ ਵਾਪਰੀਆਂ, ਜਿਹੋ ਜਿਹਾ ਮਾਹੌਲ ਉਦੋਂ ਜਿਹੜਾ ਜੀ ਉਹ ਬਣ ਗਿਆ ਸੀ, ਅਜਿਹਾ ਮਾਹੌਲ ਪੰਜਾਬ ਨੇ ਕਦੀ ਨਹੀਂ ਦੇਖਿਆ। ਅਸੀਂ ਤਾਂ ਉਹ ਅੱਖੀਂ ਦੇਖਿਆ। ਮੈਂ ਉਹ ਚੱਬੇ ਵਾਲਾ ਸਰਬੱਤ ਖਾਲਸਾ ਵੀ ਜਿਹੜਾ ਜੀ ਉਹ ਦੇਖਿਆ, ਉਹਦੇ ਵਿੱਚ ਜਿੰਨਾ ਬੰਦਾ ਇਕੱਠਾ ਹੋ ਗਿਆ, ਜਿਵੇਂ ਉਸ ਸਰਬੱਤ ਖਾਲਸਾ ਦੀ ਸਾਰੀ ਇੱਕ ਕਿਸਮ ਦੇ ਨਾਲ ਜਿਹੜੇ ਲੋਕਾਂ ਦਾ ਜੋਸ਼ ਸੀ ਉਹ ਖਤਮ ਕਰ ਦਿੱਤਾ ਗਿਆ। ਫਿਰ ਬਰਗਾੜੀ ਮੋਰਚਾ ਲੱਗਿਆ। ਬਰਗਾੜੀ ਮੋਰਚੇ ਦੇ ਵਿੱਚ ਜਾ ਕੇ ਕਿਹੜੇ ਮੰਤਰੀ ਸੀ? ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਇਹੀ ਸਟੇਜ ਤੇ ਬੋਲੇ ਸੀ ਵੀ ਇਹ ਇਨਸਾਫ ਮਿਲੂ। ਉਹ ਫੜੇ ਗਏ ਬੰਦੇ, ਸਾਰਾ ਕੁਝ ਹੋ ਗਿਆ। ਫਿਰ ਤੁਸੀਂ ਹੋਰ ਪਿੱਛੇ ਜਾਓ, ਵਿਧਾਨ ਸਭਾ ਦੇ ਵਿੱਚ ਝੋਲੀਆਂ ਕਿਹਨੇ ਅੱਡੀਆਂ ਸੀ? ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਹਰਮਿੰਦਰ ਸਿੰਘ ਗਿੱਲ, ਇਹਨਾਂ ਨੇ ਝੋਲੀਆਂ ਅੱਡੀਆਂ ਸੀ। ਹਾਂ, ਅਸੀਂ ਕੁਝ ਨਹੀਂ ਹੋਰ ਚਾਹੁੰਦੇ, ਸਾਨੂੰ ਸਿਰਫ ਉਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਇਹਦੇ ਸਾਨੂੰ ਚਾਹੀਦੇ ਆ। ਹੁਣ ਉਹ ਜਵਾਬ ਕੀ ਦੇਣਗੇ? ਇਹ ਬਰਗਾੜੀ ਮੋਰਚਾ ਕਿਹਨਾਂ ਨੇ ਬੰਦ ਜਿਹੜਾ ਉਹ ਕਰਵਾਇਆ ਸੀ? ਕਿਉਂ ਬੰਦ ਕੀਤਾ? ਅੱਜ ਮੈਂ ਸੁਣ ਰਿਹਾ ਸੀ ਉਹ ਦਾਦੂਵਾਲ ਪ੍ਰੈਸ ਕਾਨਫਰੰਸ ਕਰ ਰਹੇ ਸੀ, ਹੋ ਸਕਦਾ ਧਿਆਨ ਸਿੰਘ ਮਾਂਡੂਰੀ ਵੀ ਪ੍ਰੈਸ ਕਾਨਫਰੰਸ ਕਰਨਗੇ। ਇਹ ਲੋਕ ਬਰਾਬਰ ਦੇ ਜ਼ਿੰਮੇਵਾਰ ਨੇ, ਸਾਰੇ ਬਰਾਬਰ ਦੇ। ਇਹ ਲੋਕ ਬਰਾਬਰ ਦੇ ਜ਼ਿੰਮੇਵਾਰ ਨੇ, ਚਾਹੇ ਉਹ ਧਿਆਨ ਸਿੰਘ ਮੰਡ ਨੇ, ਚਾਹੇ ਉਹ ਬਲਜੀਤ ਸਿੰਘ ਦਾਦੂਵਾਲ ਨੇ, ਚਾਹੇ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ। ਇਹ ਬਰਾਬਰ ਦੇ ਜ਼ਿੰਮੇਵਾਰ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ। ਕਿਉਂਕਿ ਹੁਣ ਚੁੱਪ ਨੇ ਇਹ ਸਾਰੇ, ਹੁਣ ਚੁੱਪ ਕਿਉਂ ਨੇ? ਇਹਦੇ ਉੱਤੇ ਬੋਲ ਕਿਉਂ ਨਹੀਂ ਰਹੇ ਕਿ ਇਹ ਹੁਣ ਤਾਂ ਇਨਸਾਫ ਮਿਲਣਾ ਨਹੀਂ? ਮੈਂ ਤਾਂ ਤਾਈਓ ਕਹਿ ਦੀ, ਮਤਲਬ ਕਿ ਹੁਣ ਤਾਂ ਇਹੀ ਕਹਿ ਦਿਓ ਕਿ ਇਹ ਘਟਨਾਵਾਂ ਵਾਪਰੀਆਂ ਹੀ ਨਹੀਂ। ਅੱਛਾ, ਹੁਣ ਇੱਥੇ ਇੱਕ ਬੜੀ ਦਿਲਚਸਪ ਗੱਲ ਹੋਣ ਵਾਲੀ ਆ ਆਉਣ ਵਾਲੇ ਸਮੇਂ ਦੇ ਵਿੱਚ। ਮੈਨੂੰ ਲੱਗਦਾ ਦਰਸ਼ਕਾਂ ਦੇ ਸਾਹਮਣੇ ਇਹ ਗੱਲ ਆਉਣ ਵਾਲੀ ਹੈਗੀ ਹੈ ਕਿ 4 ਸਾਲ ਲਾਤੇ ਪਹਿਲਾਂ ਜਿਹੜੀ ਹੈ ਇਸ ਜਾਂਚ ਨੂੰ ਕਰਨ ਨੂੰ, ਤੇ ਹੁਣ ਜਿਹੜਾ ਉਹ ਦੁਬਾਰਾ ਜਾਂਚ ਕਰਨ ਨੂੰ ਕਿਹਾ ਜਾਏਗਾ। ਕਾਂਗਰਸ ਸਰਕਾਰ ਜੇਕਰ ਆਪਣੇ ਕਾਰਜਕਾਲ ਦੇ ਦੌਰਾਨ ਜਾਂਚ ਪੂਰੀ ਕਰਕੇ ਸਾਹਮਣੇ ਨਹੀਂ ਲਿਆਉਂਦੀ, ਤੱਥ ਅਸਲੀਅਤ ਸਾਹਮਣੇ ਨਹੀਂ ਲਿਆਉਂਦੀ, ਤਾਂ ਫਿਰ ਜਿਹੜਾ ਵਾਅਦਾ ਉਹਨਾਂ ਨੇ ਕੀਤਾ ਸੀ ਉਹ ਬਿਲਕੁਲ ਖਤਮ ਹੋ ਜਾਂਦਾ ਹੈ, ਤਾਂ ਦੁਬਾਰਾ ਉਹ ਵੋਟਾਂ ਮੰਗਣ ਜੋਗੇ ਨਹੀਂ ਰਹਿੰਦੇ। ਇਸ ਲਿਹਾਜ਼ਾ ਇਹਨਾਂ ਨੂੰ 1 ਸਾਲ ਦੇ ਵਿੱਚ ਜਿਹੜੀ ਉਹ ਜਾਂਚ ਪੂਰੀ ਕਰਨੀ ਪੈਣੀ ਹੈ। ਤੇ ਜੇਕਰ ਉਹ ਇਸ ਸਾਲ ਦੇ ਵਿੱਚ ਜਾਂਚ ਪੂਰੀ ਕਰ ਸਕਦੇ ਨੇ, ਤਾਂ ਫਿਰ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਆ ਉਹ 4 ਸਾਲ ਕਿਉਂ ਲਗਾ ਦਿੱਤੇ? ਤੇ ਜੇਕਰ ਉਹ
4 ਸਾਲ ਜਿਹੜੇ ਆ ਇਸ ਸਾਲ ਦੇ ਵਿੱਚ ਜਿਹੜੀ ਜਾਂਚ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਹ ਲੋਕਾਂ ਨੂੰ ਜਵਾਬ ਕੀ ਦੇਣਗੇ ਵੀ ਕੌਣ ਸਹੀ ਸੀ ਤੇ ਕੌਣ ਗਲਤ ਸੀ, ਤੇ ਅਸੀਂ ਜਿਹੜੇ ਆ ਪਹਿਲਾਂ ਜਾਣਬੁੱਝ ਕੇ ਨਹੀਂ ਜਾਂਚ ਕੀਤੀ, ਵੋਟਾਂ ਦਾ ਇੰਤਜ਼ਾਰ ਕਰ ਰਹੇ ਸੀਗੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਐਕਚੁਅਲੀ SIT ਦੀ ਲੋੜ ਨਹੀਂ ਸੀਗੀ ਜੀ ਇਹਨਾਂ ਮਾਮਲਿਆਂ ਦੇ ਉੱਤੇ। ਜਦੋਂ ਜਿਹੜੇ ਸਾਬਕਾ ਜਸਟਿਸ ਨੇ, ਤੁਸੀਂ ਉਹਨਾਂ ਦੀ ਵੈਲਿਊ ਨਹੀਂ ਕੁਝ ਸਮਝਦੇ। ਦੋ ਵਾਰੀ ਕੀਤੀ ਹੈ ਜੀ, ਤੁਸੀਂ ਉਹਨਾਂ ਨੂੰ ਅਪਾਇੰਟ ਕੀਤਾ, ਤੁਸੀਂ ਉਹ ਰਿਪੋਰਟ ਤਾਂ ਪੜ੍ਹੋ ਜੀ। ਮੈਂ ਤਾਂ ਕਹਿੰਦਾ ਦੁਬਾਰਾ ਪੜ੍ਹੀ। ਤੁਸੀਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਪੜ੍ਹੋ, ਉਹ ਤਾਂ ਉਹਨਾਂ ਨੇ ਤਾਂ ਸਾਰਾ ਕੁਝ ਤਾਂ ਉਹਦੇ ਵਿੱਚ ਦੱਸਿਆ ਜੀ ਵੀ ਆਹ ਲੋਕ ਨੇ ਇਦਾਂ ਨੇ। ਤੁਸੀਂ ਫਿਰ SIT ਬਣਾਤੀ। ਜਦੋਂ ਵਿਧਾਨ ਸਭਾ ਦੇ ਵਿੱਚ ਇਹ ਸਾਰਾ ਕੁਝ ਹੋਣ ਤੋਂ ਬਾਅਦ SIT ਬਣੀ ਹੈ, ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਹੀ ਮੁੱਦਾ ਉੱਠ ਗਿਆ ਸੀਗਾ ਵੀ ਇਹ ਤਾਂ ਲਮਕਾਤਾ ਜੀ। ਬਿਲਕੁਲ ਜਦੋਂ ਉਹਨਾਂ ਨੇ 8 ਅਗਸਤ ਦੀ ਮੇਰੇ ਖਿਆਲ ਗੱਲ ਹੈਗੀ ਹੈ, ਉਦੋਂ ਇਹ ਕਹਾਣੀ ਹੋਈ ਸੀ। ਤਾਂ ਉਦੋਂ ਹੀ ਜਦੋਂ ਉਹਨਾਂ ਨੇ ਕਹਿਤਾ ਐਂਡ ਦੇ ਵਿੱਚ, ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਹਿਤਾ ਵੀ ਅਸੀਂ ਜੀ SIT ਬਣਾ ਰਹੇ ਹਾਂ ਜੀ, ਕੁਝ ਸਾਰਿਆਂ ਨੇ ਉਹਦੇ ਮੱਥੇ ਤੇ ਹੱਥ ਮਾਰਿਆ ਵੀ ਇਹ ਲਟਕਾਤਾ ਇਹਨਾਂ ਨੇ ਮਾਮਲਾ। ਹੁਣ ਵੀ ਇਹੀ ਹੋਊਗਾ। ਦੇਖੋ, ਸਾਲ ਨਹੀਂ ਰਹਿ ਗਿਆ ਜੀ, ਕਿਉਂਕਿ ਜਿਹੜੇ 6 ਮਹੀਨੇ ਹੁੰਦੇ ਆ ਉਹ ਤਾਂ ਅਫਸਰ ਨਹੀਂ ਸੁਣਦੇ ਕਿਸੇ ਦੀ। ਤਾਂ ਇਹ ਤਾਂ 5 ਤੋਂ 6 ਮਹੀਨੇ ਨੇ ਇਹਨਾਂ ਦੇ ਕੋਲੇ। 5 ਤੋਂ 6 ਮਹੀਨਿਆਂ ਦੇ ਵਿੱਚ ਕੀ ਕਰ ਲੈਣਗੇ ਜੀ? ਔਰ ਬੈਠੇ ਤਾਂ ਉਹੀ ਅਤੁਲ ਨੰਦਾ ਨੇ। ਆਈ ਥਿੰਕ ਜੇ ਜ਼ਮੀਰ ਦੀ ਮਾੜੀ ਮੋਟੀ ਆਵਾਜ਼ ਹੈਗੀ ਆ ਅਤੁਲ ਨੰਦਾ ਹੋਰਾਂ ਦੀ, ਉਹਨਾਂ ਦਾ ਤਾਂ ਅਸਤੀਫਾ ਕੱਲ ਹੀ ਆ ਜਾਣਾ ਚਾਹੀਦਾ ਸੀਗਾ। ਆਪ ਨੇ ਤਾਂ ਮੰਗ ਵੀ ਲਿਆ ਚੀਫ ਹੋਰਾਂ ਨੇ। ਅਸਤੀਫਾ ਤਾਂ ਮੁੱਖ ਮੰਤਰੀ ਹੋਰਾਂ ਦਾ ਵੀ ਇਹਦੇ ਉੱਤੇ ਚਾਹੀਦਾ ਜੀ। ਇੱਕ ਬਹੁਤ ਵੱਡੀਆਂ ਘਟਨਾਵਾਂ ਨੇ ਕੁਲਵੰਤ ਸਿੰਘ ਜੀ। ਮੈਂ ਹਮੇਸ਼ਾ ਇੱਕ ਗੱਲ ਕੀਤੀ ਆ ਕਿ ਜੇ ਇਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਜ਼ਿੰਮੇਵਾਰ ਲੋਕ ਸਾਹਮਣੇ ਨਾ ਆਏ, ਸਿਆਸੀ ਲੋਕ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਇੱਕ ਸ਼ੁਗਲ ਬਣਾ ਲੈਣਗੇ। ਮੇਰੀ ਗੱਲ ਨੋਟ ਰੱਖਣਾ ਜੀ। ਇਹ ਜਦੋਂ ਕਿਤੇ ਲੱਗਿਆ ਸਰਕਾਰਾਂ ਘਿਰਦੀਆਂ ਨੇ, ਇਦਾਂ ਦੀਆਂ ਘਟਨਾਵਾਂ ਉੱਚੋਂ ਜਨਮ ਲੈਣ ਲੱਗ ਜਾਣਗੀਆਂ। ਇਸ ਕਰਕੇ ਇਹਨਾਂ ਨੂੰ ਰੋਕਣ ਦੇ ਵਾਸਤੇ ਇਹਦਾ ਇਨਸਾਫ ਮਿਲਣਾ ਬੜਾ ਜ਼ਰੂਰੀ ਸੀਗਾ, ਜਿਹੜਾ ਕਿ ਮਿਲਿਆ ਨਹੀਂ ਜੀ ਇਸ ਤੱਕ। ਫਿਰ ਹੁਣ ਇਹਦੇ ਵਿੱਚ ਅੱਗੇ ਕੀ ਹੋਣ ਵਾਲਾ ਤੁਹਾਡੇ ਚਾਚੇ, ਜਿਹੜਾ ਇਹ ਅੱਗੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸਲ ਦੇ ਵਿੱਚ ਕੀ ਹੋਣ ਵਾਲਾ? ਕੀ ਪੋਚਾ ਫਿਰੇਗਾ ਫਿਰ ਆਉਣ ਵਾਲੇ ਸਮੇਂ ਦੇ ਦੌਰਾਨ ਫੇਰ ਦੁਬਾਰਾ, ਤੇ ਕੀ ਜਨਤਾ ਜਿਹੜੀ ਹੈ ਫੇਰ ਮੂਰਖ ਬਣ ਕੇ ਫੇਰ ਦੁਬਾਰਾ ਉਸੇ ਕੰਮ ਦੇ ਉੱਤੇ ਵੋਟਾਂ ਪਾਏਗੀ? ਦੇਖੋ, ਹੁਣ ਦੁਬਾਰਾ ਬਰਗਾੜੀ ਮੋਰਚਾ ਤਾਂ ਲੱਗਣੋਂ ਰਿਹਾ, ਇਦਾਂ ਦਾ ਨਹੀਂ ਜਿਹੜਾ ਦੀ ਉਹ ਲੱਗਦਾ। ਉਹ ਇਹ ਇੱਕ ਸਮਾਂ ਹੁੰਦਾ ਹੈ। ਨਹੀਂ, ਪਰ ਜਾਂਚ ਦੇ ਵਿੱਚ ਤਾਂ ਜਾਂਚ ਦੇ ਵਿੱਚ ਇਹ ਕੀਤਾ ਕੀ ਜਾਊਗਾ ਜੀ? ਤੁਸੀਂ ਦੇਖ ਲਿਓ ਕਿ ਇਹ ਕਹਿਣਗੇ ਜੀ ਅਸੀਂ ਤਾਂ ਸੁਪਰੀਮ ਕੋਰਟ ਚੈਲੰਜ ਕਰਾਂਗੇ ਹਾਈ ਕੋਰਟ ਦੇ ਫੈਸਲੇ ਨੂੰ। ਸੁਪਰੀਮ ਕੋਰਟ ਦੇ ਵਿੱਚ ਲਟਕ ਜਾਊਗਾ ਜੀ। ਔਰ ਇਹ ਜਿਹੜੇ ਅਗਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕੁਝ ਨਹੀਂ ਜਿਹੜਾ ਦੀ ਉਹ ਹੋਣ ਵਾਲਾ। ਔਰ ਜਿੰਨੀ ਦੇਰ ਤੱਕ ਖਾਸ ਤੌਰ ਦੇ ਉੱਤੇ ਐਡਵੋਕੇਟ ਜਨਰਲ ਅਤੁਲ ਨੰਦਾ ਬੈਠੇ ਨੇ, ਉਹਨਾਂ ਦੀ ਟੀਮ ਜਿਹੜੀ ਬੈਠੀ ਆ, ਇਹਨਾਂ ਤੋਂ ਕੁਝ ਨਹੀਂ ਜਿਹੜਾ ਦੀ ਹੋਣਾ। ਨਾ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤਾ। ਤੁਸੀਂ ਦੇਖੋ ਕਿ ਤੁਹਾਡੇ ਕੋਲੇ 5 ਆਈ ਵਿਟਨੈਸ ਆ ਗਏ, ਜਿਹੜਾ JE ਸੀਗਾ, ਜਿਹੜਾ ਚੁੱਕ ਕੇ ਇਹਨਾਂ ਨੇ ਖਪਾਇਆ ਸੀਗਾ ਉਸ ਮਾਮਲੇ ਦੇ ਉੱਤੇ। ਉਹਦੇ ਉੱਤੇ ਤੁਸੀਂ ਕੀ ਕਰ ਸਕੇ? ਕੁਝ ਵੀ ਨਹੀਂ ਕਰ ਤੁਸੀਂ ਕੁਝ ਵੀ ਨਹੀਂ ਕਰ ਸਕੇ। ਕਿਉਂ ਕਾਲਾ ਪਕਾਣਾ ਵਾਲਾ ਕੇਸ ਦੇ ਵਿੱਚ ਦੇਖ ਲਓ, ਕਿਉਂ ਨਹੀਂ ਕਰ ਸਕੇ ਜੀ? ਤੁਸੀਂ ਫਿਰ ਜਿਹੜੀ ਇੱਕ ਜਾਂਚ ਹਾਈ ਕੋਰਟ ਨੇ ਜਿਹੜੀ ਦਿੱਤੀ ਹੋਈ ਆ ਚਟੋਪਾਧਿਆ ਸਾਹਿਬ ਨੂੰ, ਜਿਹੜਾ ਗੁਰਨਾਮ ਸਿੰਘ ਬੰਡਾਲੇ ਦੀ ਜਗ੍ਹਾ ਦੇ ਉੱਤੇ ਇੱਕ ਬੰਦਾ ਮਾਰ ਦਿੱਤਾ ਸੀਗਾ, ਉਹਦਾ ਕੀ ਕੀਤਾ ਜੀ? ਉਹਦਾ ਕੀ ਹੋਇਆ? ਸਪਸ਼ਟ ਪਤਾ ਵੀ ਬੰਦਾ ਵੀ ਕਿਉਂ ਤੁਰਿਆ ਫਿਰਦਾ। ਤੁਸੀਂ ਪਿੱਛੇ ਚੱਲ ਜਾਓ, 1986 ਦੇ ਵਿੱਚ ਨਕੋਦਰ ਦੇ ਵਿੱਚ ਇਸ ਤਰ੍ਹਾਂ ਦਾ ਕਾਂਡ ਵਾਪਰਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਉਹਦੇ ਰੋਸ ਦੇ ਵਜੋਂ ਜਿਹੜਾ ਜੀ ਇੱਕ ਜਲੂਸ ਦੀ ਸ਼ਕਲ ਚ ਆਉਂਦੇ ਨੇ, ਪੁਲਿਸ ਦੀ ਗੋਲੀ ਚੱਲਦੀ ਆ, 4 ਜਣੇ ਜਿਹੜੇ ਆ ਉਹ ਉਹਨਾਂ ਦੀ ਜਾਨ ਚਲੇ ਜਾਂਦੀ ਹੈ। ਉਹ ਤਾਂ ਮੂੰਹ ਚ ਪਾ ਕੇ ਗੋਲੀਆਂ ਮਾਰੀਆਂ ਗਈਆਂ। ਉਸ ਟਾਈਮ ਜਿਹੜਾ ਜਲੂਸ ਜਿਹੜਾ ਸੀਗਾ ਉਹ ਇੱਕ ਖਾਸ ਫਿਰਕੇ ਦੇ ਲੋਕਾਂ ਵੱਲੋਂ ਸ਼ਹਿਰ ਚ ਕੱਢਿਆ ਜਾ ਰਿਹਾ ਸੀ, ਉਸ ਚੀਜ਼ ਦੇ ਵਿਰੋਧ ਵਿੱਚ, ਉਹਦੇ ਵਿਰੋਧ ਦੇ ਵਿੱਚ ਸੀਗਾ। ਉਦੋਂ ਐਡੀਸ਼ਨਲ ਜਿਹੜੇ ਡਿਪਟੀ ਕਮਿਸ਼ਨਰ ਸੀਗੇ ਦਰਬਾਰਾ ਸਿੰਘ ਗੁਰੂ, ਜਿਹੜੇ ਅੱਜ ਅਕਾਲੀ ਦਲ ਬਾਦਲ ਦੇ ਬਹੁਤ ਵੱਡੇ ਆਗੂ ਨੇ, ਉਦੋਂ ਉੱਥੋਂ ਦੇ SP ਸੰਧੀ ਮੁਹੰਮਦ ਇਜ਼ਹਾਰ ਆਲਮ, ਜਿਹੜੇ ਕਿ ਅੱਜ ਅਕਾਲੀ ਦਲ ਬਾਦਲ ਦੇ ਬਹੁਤ ਵੱਡੇ ਆਗੂ ਨੇ, ਜਿਹੜੀਆਂ ਕਿਉਂਕਿ ਇਹਨਾਂ ਲੋਕਾਂ ਨੂੰ ਉੱਥੇ ਬਿਠਾਇਆ। ਹੁਣ ਸਮੇਤ ਸੈਣੀ ਹੋਰਾਂ ਦਾ ਟਰੈਕ ਰਿਕਾਰਡ ਤੁਸੀਂ ਸਾਰੇ ਦਾ ਸਾਰਾ ਜਿਹੜਾ ਉਹ ਕੱਢ ਲਓ ਕਿ ਉਹਨੂੰ ਕਿਹਨੇ ਉੱਚ ਅਹੁਦਿਆਂ ਦੇ ਉੱਤੇ ਜਿਹੜਾ ਜੀ ਉਹ ਬਿਠਾਇਆ ਹੋਊਗਾ। ਕੀ ਹੋਣਾ ਇਹੀ ਹੈ ਜੀ, ਇਹਨੂੰ ਲਮਕਾਇਆ ਜਾਊਗਾ ਇਸ ਮਾਮਲੇ ਨੂੰ, ਜਿਵੇਂ ਵੀ ਜਿਹੜੇ ਵੀ ਤਰੀਕੇ ਦੇ ਨਾਲ ਲਮਕੇ। ਪਰ ਇੱਕ ਗੱਲ ਜ਼ਰੂਰ ਹੈ, ਨਸ਼ਿਆਂ ਵਾਲਾ ਮਾਮਲਾ ਹੋ ਗਿਆ, ਚਾਹੇ ਇਹ ਮਾਮਲਾ ਹੋ ਗਿਆ, ਜੇ ਲੋਕਾਂ ਦਾ ਜ਼ਮੀਰ ਜਿਉਂਦਾ, ਮੈਂ ਤਾਂ ਇਹ ਕਹੂੰਗਾ ਪੰਜਾਬ ਦੇ ਵਿੱਚ ਜੇ ਇਹ ਜ਼ਮੀਰ ਲੋਕਾਂ ਦਾ ਜਿਉਂਦਾ, ਤੇ ਇਸ ਸਵਾਲ ਨੂੰ ਉਹ ਵੱਡੇ ਰੂਪ ਦੇ ਵਿੱਚ ਜਿਹੜਾ ਜੀ ਉਹ ਖੜਾ ਕਰਨ। ਕਿਉਂਕਿ ਇੱਕ ਗੱਲ ਹੈ, ਜਦੋਂ ਇੱਕ ਸਾਡੇ ਪ੍ਰਥਾ ਚੱਲਦੀ ਹੈ, ਜਦੋਂ ਮੇਰਾ ਵੀ ਨਾਂ ਰੱਖਿਆ ਗਿਆ ਸੀ, ਮੈਂ ਆਪਣੀ ਨਾਨੀ ਨੂੰ ਪੁੱਛਿਆ ਸੀਗਾ ਵੀ ਕਿਵੇਂ ਰੱਖਿਆ ਗਿਆ, ਮੇਰਾ ਜਨਮ ਨਾਨਕੇ ਹੋਇਆ। ਉਹ ਕਹਿੰਦੇ ਜੀ ਹੁਕਮਨਾਮਾ ਲੈ ਕੇ, ਤੇ ਫਿਰ ਉਹ ਜਿਵੇਂ ਨਿਕਲਦਾ ਜਿਹੜਾ ਅੱਖਰ ਉਹ ਤੋਂ ਰੱਖਦੇ ਆ ਨਾ। ਜਦੋਂ ਅਸੀਂ ਕਿਸੇ ਦੇ ਅੰਤਮ ਸੰਸਕਾਰ ਤੇ ਜਾਂਦੇ ਆ ਕੁਲਵੰਤ ਸਿੰਘ ਜੀ, ਉੱਥੇ ਫਿਰ ਸੰਸਕਾਰ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਰੁਕ ਜਾਓ, ਇੱਥੇ ਤਲਾਣੀਆਂ ਦਾ ਪਾਠ ਹੋਣਾ। ਬਿਲਕੁਲ। ਸਾਡਾ ਜੰਮਣ ਤੋਂ ਲੈ ਕੇ
ਮਰਨ ਤੱਕ ਉਹਦੇ ਨਾਲ ਜੁੜਿਆ ਹੋਇਆ ਹੈ। ਮਤਲਬ ਕਿ ਤੁਸੀਂ ਇਹ ਕਹਿ ਲਓ ਕਿ ਉਹ ਪੇਰੈਂਟਸ ਦੀ ਜਗ੍ਹਾ ਦੇ ਉੱਤੇ ਆ, ਉਹ ਮਾਂ ਪਿਓ ਦੀ ਜਗ੍ਹਾ ਦੇ ਉੱਤੇ ਆ, ਉਹਦੀ ਬੇਅਦਬੀ ਹੋਈ ਆ। ਇਹ ਕੋਈ ਛੋਟੀਆਂ ਮੋਟੀਆਂ ਘਟਨਾਵਾਂ ਨਹੀਂ ਗਈਆਂ ਜਿਹਦੇ ਤੁਸੀਂ ਬਹਿਸ ਕਰਨ ਤੱਕ ਨਾ ਜਾਵੋ, ਜਿਹਦੇ ਉੱਤੇ ਕਿ ਕੋਈ ਗੱਲ ਨਹੀਂ ਹੋ ਗਈਆਂ, ਏਡੀ ਕਿਹੜੀ ਗੱਲ। ਇੱਦਾਂ ਇਹ ਇਗਨੋਰ ਨਹੀਂ ਹੋ ਸਕਣੀਆਂ ਜੀ। ਜਾਂ ਫਿਰ ਹੁਣ ਉਦੋਂ ਜਸਟਿਸ ਗੁਰਨਾਮ ਸਿੰਘ ਹੋਰਾਂ ਦੀ ਰਿਪੋਰਟ ਸੀਗੀ, ਕਮਿਸ਼ਨ ਸੈਟਅਪ ਹੋਇਆ ਸੀ 86 ਵਾਲੀਆਂ ਘਟਨਾਵਾਂ ਲਈ। ਉਹਦਾ ਮੈਂ ਪਤਾ ਕੀਤਾ ਤਾਂ ਵਿਧਾਨ ਸਭਾ ਦੇ ਵਿੱਚ ਉਹ ਰਿਪੋਰਟ ਲੱਗੀ ਸੀ। ਉਦੋਂ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਸਰਕਾਰ ਸੀ। ਮੁੜ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਜਦੋਂ ਬਾਅਦ ਦੇ ਵਿੱਚ ਆਉਂਦੀ ਆ, ਇਹ ਆਪਣੇ 97 ਦੇ ਵਿੱਚ, ਫਿਰ ਉਹ ਰਿਪੋਰਟ ਪੇਸ਼ ਹੁੰਦੀ ਹੈ ਵਿਧਾਨ ਸਭਾ 'ਚ, ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹੁਣ ਤੁਸੀਂ ਹੈਰਾਨ ਹੋਵੋਗੇ, ਉਹ ਅੱਧੀ ਰਿਪੋਰਟ ਹੈ ਹੀ ਨਹੀਂ ਗੀ ਵਿਧਾਨ ਸਭਾ 'ਚ, ਉਹ ਗਾਇਬ ਆ। ਚਲੋ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਵਾਲੀ ਰਿਪੋਰਟ ਤਾਂ ਤੁਹਾਡੇ ਫੋਨ 'ਚ ਵੀ ਹੋਊ, ਮੇਰੇ 'ਚ ਵੀ, ਉਹ ਇਦਾਂ ਦੀ ਨਹੀਂ ਹੈਗੀ ਜਿਹੜੀ ਉਹ ਗਾਇਬ ਹੋ ਜੂਗੀ। ਪਰ ਇਹ ਗਾਇਬ ਬਹੁਤ ਸਾਰਾ ਕੁਝ ਕੀਤਾ ਜਿਹੜਾ ਦੀ ਹੋ ਜਾਊਗਾ। ਮੈਂ ਤਾਂ ਕਹਿੰਦਾ, ਮੈਂ ਬਾਰ-ਬਾਰ ਉਹ ਗੱਲ ਕਹਿ ਰਿਹਾ ਕਿ ਸਰਕਾਰ ਇਹ ਕਹਿ ਦੇਵੇ ਕਿ ਘਟਨਾਵਾਂ ਨਹੀਂ ਵਾਪਰੀਆਂ, ਤੁਸੀਂ ਝੂਠ ਬੋਲ ਰਹੇ ਹੋ। ਉਹ ਦੋ ਜਿਨ੍ਹਾਂ ਦੀ ਮੌਤ ਹੋਈ ਸੀਗੀ, ਉਹ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਸੀ, ਇਹੀ ਸਰਕਾਰ ਕਹੂਗੀ ਜੀ। ਇਹੀ ਰਹਿ ਗਿਆ ਉਹਦੇ ਕੋਲੇ, ਹੋਰ ਕੀ ਕਹੂਗੀ ਸਰਕਾਰ। ਅੱਛਾ, ਇੱਕ ਚੀਜ਼ ਜਿਹੜੀ ਆ ਉਹ ਮੈਂ ਜਦੋਂ ਅੱਜ ਇਹ ਖਬਰ ਕੱਲ੍ਹ ਜਦੋਂ ਮੇਰੇ ਕੋਲੇ ਆਈ ਸੀਗੀ ਕਿ ਇਸ ਤਰ੍ਹਾਂ ਕਰਕੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਜਿਹੜੀ SIT ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ। ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਦੇ ਕੈਰੀਅਰ ਦੇ ਉੱਤੇ ਵੱਡਾ ਧੱਬਾ ਲੱਗਾ ਇਹ ਵਾਲਾ। ਕਿਉਂ ਇਹ ਜੋ ਕੁਝ ਵੀ ਹੋਇਆ, ਅਦਾਲਤ ਵੱਲੋਂ ਇਸ ਚੀਜ਼ ਨੂੰ ਰੱਦ ਕੀਤੇ ਜਾਣਾ ਤੇ ਉਹਨਾਂ ਨੂੰ ਕਿਹਾ ਜਾਣਾ ਵੀ ਤੁਸੀਂ ਸਹੀ ਜਾਂਚ ਨਹੀਂ ਕੀਤੀ, ਅਗਲੀ ਜਾਂਚ ਦੇ ਵਿੱਚ ਤੁਸੀਂ ਆ ਵੀ ਨਹੀਂ ਸਕਦੇ, ਇਹਨਾਂ ਤੋਂ ਬਿਨਾਂ ਕੀਤੀ ਜਾਵੇ, ਤੇ ਉਹਨਾਂ ਦੇ ਕੈਰੀਅਰ ਦੇ ਉੱਤੇ ਵੱਡਾ ਧੱਬਾ ਲੱਗਿਆ ਇਹ। ਤੇ ਇੱਕ ਚੀਜ਼ ਜਿਹੜੀ ਆਪਾਂ ਅੱਜ ਵੀ ਆਪਾਂ ਡਿਸਕਸ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਆਪਾਂ ਜਿਹੜਾ ਹੋ ਸਕਦਾ ਜਿਹੜਾ ਡਿਸਕਸ ਕਰਦੇ, ਤੇ ਪਿਛਲੇ ਸਮੇਂ ਦੇ ਦੌਰਾਨ ਵੀ ਡਿਸਕਸ ਕਰਦੇ ਰਹੇ ਹਾਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਬਹੁਤ ਇਮਾਨਦਾਰ ਜਿਹੜੇ ਨੇ ਉਹ ਸ਼ਖਸੀਅਤ ਨੇ, ਅਫਸਰ ਨੇ। ਤੇ ਜਦੋਂ ਉਹਨਾਂ ਦੇ ਉੱਤੇ ਅਜਿਹਾ ਧੱਬਾ ਲੱਗ ਜੇ ਤਾਂ ਫਿਰ ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਸੇ ਤਰ੍ਹਾਂ ਚੁੱਪ ਬੈਠੇ ਰਹਿਣਗੇ? ਕਿ ਉਹਨਾਂ ਦੇ ਕੋਲ ਅੱਗੇ ਆਪਣੇ ਕੈਰੀਅਰ ਦੇ ਉੱਤੇ ਲੱਗੇ ਦਾਗ ਨੂੰ ਧੋਣ ਦਾ ਕੋਈ ਰਸਤਾ ਨਹੀਂ ਬਚਿਆ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੈਰੀਅਰ ਦੇ ਉੱਤੇ ਧੱਬਾ ਲੱਗਿਆ, ਬਲਕਿ ਕਿਉਂਕਿ ਮੈਂ ਇਹਨੂੰ ਹੋਰ ਐਂਗਲ ਤੋਂ ਜਿਹੜਾ ਜੀ ਦੇਖਦਾ, ਉਹਨਾਂ ਨੇ ਆਪਣੀ ਆਨੈਸਟੀ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਆ। 9 ਚਲਾਨ ਪੇਸ਼ ਕੀਤੇ ਆ ਕੁਲਵੰਤ ਸਿੰਘ ਜੀ। ਜਿਹੜੇ ਚਲਾਨ ਪੇਸ਼ ਹੋਏ ਆ ਉਹ ਦਸਤਾਵੇਜ਼ ਨੇ, ਉਹ ਰਿਕਾਰਡਡ ਦਸਤਾਵੇਜ਼ ਨੇ। ਆਈ ਥਿੰਕ ਮਾਫ ਕਰਨਾ, ਮੈਂ ਤੁਹਾਨੂੰ ਰੋਕਾਂਗਾ ਕਿ ਉਹਨਾਂ ਨੇ ਜੋ ਕੁਝ ਕੀਤਾ ਉਹਨਾਂ ਨੂੰ ਪਤਾ ਹੈ, ਲੇਕਿਨ ਜੋ ਕੁਝ ਅਦਾਲਤ ਨੇ ਉਸ ਦੇ ਉੱਤੇ ਟਿੱਪਣੀ ਕੀਤੀ ਹੈ, ਅਸਲੀਅਤ ਉਹ ਹੈ ਕਿ ਉਹਨਾਂ ਦੇ ਜੋ ਟਿੱਪਣੀ ਹੋਈ ਆ ਉਹਦੇ ਨਾਲ ਧੱਬਾ ਲੱਗਿਆ। ਇਹ ਉਹਨਾਂ ਨੇ ਚਲਾਨ ਪੇਸ਼ ਕੀਤੇ, ਉਹਨਾਂ ਨੂੰ ਰੱਦ ਕੀਤਾ ਜਾ ਚੁੱਕਿਆ, ਲੇਕਿਨ ਜਿਹੜੀ ਟਿੱਪਣੀ ਹੋਈ ਆ ਉਹਨਾਂ ਦੇ ਉੱਤੇ ਧੱਬਾ ਲੱਗ ਗਿਆ। ਤੇ ਜਦੋਂ ਤੱਕ ਉਹ ਉਸ ਚੀਜ਼ ਦੇ ਲਈ ਇਨਸਾਫ ਨਹੀਂ ਆਪਣੀ ਚੀਜ਼ ਨੂੰ ਉਹਦੇ ਲਈ ਨਹੀਂ ਲੜਾਈ ਲੜਦੇ, ਤਾਂ ਉਦੋਂ ਤੱਕ ਤਾਂ ਉਹਨਾਂ ਦੇ ਉੱਤੇ ਧੱਬਾ ਲੱਗਾ ਹੀ ਰਹੇਗਾ। ਫਿਰ ਇੱਕ ਤਾਂ ਦੇਖੋ, ਇੱਕ ਤਾਂ ਟੈਕਨੀਕਲੀ ਅਦਾਲਤ ਹੈ, ਇੱਕ ਪਰਸੈਪਸ਼ਨ ਹੈ ਬਿਲਕੁਲ ਜਿਹੜੀ, ਠੀਕ ਹੈ ਨਾ ਜੀ। ਮੈਂ ਇਹ ਜਿਹੜਾ ਉਹ ਸਮਝਦਾ ਹੈ ਕਿ ਅਦਾਲਤ ਨੇ ਜਿਹੜੇ ਉਹਦੇ ਤੇ ਤਕਨੀਕੀ ਆਧਾਰ ਦੇ ਉੱਤੇ ਉਹਨੂੰ ਰੱਦ ਜਿਹੜਾ ਜੀ ਉਹ ਕੀਤਾ, ਠੀਕ ਹੈ ਨਾ ਜੀ। ਵੀ ਇਹ ਇਸ ਕਰਕੇ ਜਿਹੜਾ ਜੀ ਨਹੀਂ ਮੰਨਿਆ ਜਾ ਸਕਦਾ ਕਿ ਇੱਕ FIR ਪਹਿਲਾਂ ਹੋਈ ਸੀ, ਸੈਕਿੰਡ ਜਿਹੜੀ ਹੋ ਗਈ। ਪਰ ਇਹਦੇ ਵਿੱਚ ਕਿਉਂਕਿ ਉਹ ਚਲਾਨ ਦੇ ਕੁਝ ਜਿਹੜੀਆਂ ਲੀਕ ਹੋਈਆਂ ਸੀਗੀਆਂ, ਉਹਦੀ ਕੁਝ ਜਿਹੜੀਆਂ ਚੀਜ਼ਾਂ ਮੇਰੇ ਕੋਲ ਵੀ ਜਿਹੜੀਆਂ ਹੈਗੀਆਂ ਨੇ, ਔਰ ਉਹ ਇਸ ਤਰ੍ਹਾਂ ਦਾ ਦਸਤਾਵੇਜ਼ ਆ, ਉਹ ਕਢਵਾਵਾਂਗੇ, ਉਹਨੂੰ ਹਰ ਹਾਲਤ ਦੇ ਵਿੱਚ ਕਢਵਾਵਾਂਗੇ। ਉਹਦੇ ਵਿੱਚ ਕੀ ਆ, ਆਫਟਰ ਆਲ ਇਹ ਨਹੀਂ ਹੈਗਾ ਕੁਲਵੰਤ ਸਿੰਘ ਜੀ ਕਿ ਉਹਨਾਂ ਨੇ ਬੈਠੇ ਤੇ ਰਾਤ ਨੂੰ ਲਿਖ ਕੇ ਜਿਹੜਾ ਜੀ ਉਹ ਚਲਾਨ ਪੇਸ਼ ਕਰਤਾ। ਨੋ, ਇਸ ਤਰ੍ਹਾਂ ਨਹੀਂਗਾ। ਉਹਦੀ ਬਕਾਇਦਾ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਹੋਈ ਆ। ਸਾਬਕਾ ਜਸਟਿਸ ਜੋਰਾ ਸਿੰਘ ਕਮਿਸ਼ਨ ਵਾਲੀ ਰਿਪੋਰਟ ਵੀ ਉਹਦੇ ਵਿੱਚ ਆਈ ਹੈ ਕਿਤੇ। ਬਹੁਤੀ ਜਸਟਿਸ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਵਾਲੇ ਕਮਿਸ਼ਨ ਦੀਆਂ ਜਿਹੜੀਆਂ ਫਾਈਂਡਿੰਗਸ ਨੇ ਉਹ ਨੇ। ਤੁਸੀਂ ਜੇ ਅੱਜ ਮੰਨ ਲਓ ਜਿਹੜੇ ਗੱਲ ਤੁਸੀਂ ਕਹਿ ਰਹੇ ਹੋ ਕਿ ਧੱਬਾ ਲੱਗ ਗਿਆ ਉਹਨਾਂ ਦੇ ਉੱਤੇ, ਫਿਰ ਇਟ ਮੀਨਸ ਕਿ ਅਸੀਂ ਧੱਬਾ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਵੀ ਲਾ ਰਹੇ ਹਾਂ, ਕਿਉਂਕਿ ਉਹ ਜਿਹੜੀਆਂ ਖਿਲਾਫ ਟਿੱਪਣੀਆਂ ਨਹੀਂ ਹੋਈਆਂ। ਨਹੀਂ, ਉਹ ਗੱਲ ਉਹ ਨਹੀਂ ਜੀ। ਜਿਹੜੇ ਚਲਾਨ ਪੇਸ਼ ਹੋਏ ਆ, ਜਿਹੜੀ SIT ਜਿੱਥੋਂ ਸ਼ੁਰੂ ਕਰਦੀ ਆ, ਉਹ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਸ਼ੁਰੂ ਕਰਦੀ ਆ। ਸਾਰੀਆਂ ਫਾਈਂਡਿੰਗਸ ਉਹਨਾਂ ਦੀਆਂ ਨੇ। ਜੇ ਉਹ ਅਦਾਲਤ ਨੇ ਇੱਕ ਤਕਨੀਕੀ ਆਧਾਰ ਦੇ ਉੱਤੇ ਇੱਕ ਚੀਜ਼ ਦੇ ਉੱਤੇ ਉਹ ਕਹਿ ਸਕਦੀ ਸੀ ਕਿ ਇਹਨੂੰ ਚੇਂਜ ਕਰੋ ਤੁਸੀਂ, ਉਹਨੇ ਪੂਰੇ ਦਾ ਪੂਰਾ ਜਿਹੜਾ ਜੀ ਉਹ ਰੱਦ ਕਰ ਦੇਣਾ। ਮੈਨੂੰ ਵੀ ਸਮਝ ਨਹੀਂ ਆ ਰਹੀ ਕਿ ਇਹ ਕਿਉਂ ਹੋਇਆ। ਨਹੀਂ, ਪਰ ਜੇ ਉਹਦੇ ਵਿੱਚ ਆਪਾਂ ਉਹਨੂੰ ਧਿਆਨ ਨਾਲ ਪੜ੍ਹੀਏ ਤਾਂ ਉਹਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਕਿ ਇਹਨਾਂ ਨੇ SHO ਨੂੰ ਧਮਕਾਇਆ ਕਿ ਤੂੰ ਆਪਣੀ ਜਿਹੜੀ ਉੱਥੇ FIR ਨੂੰ ਰੱਦ ਕੀਤੇ ਜਾਣ ਵਾਲੀ ਜਿਹੜੀ ਅਰਜੀ ਪਾਈ ਹੋਈ ਹੈ ਉਹ ਕੇਸ ਵਾਪਸ ਲੈ। ਉਸ ਚੀਜ਼ ਨੂੰ ਜਿਹੜਾ ਉਹਨਾਂ ਨੇ ਮੇਨ ਆਧਾਰ ਬਣਾਇਆ। ਮੈਂ ਸਮਝ ਗਿਆ ਤੁਹਾਡੀ ਗੱਲ। ਉਹਨੂੰ ਆਧਾਰ ਬਣਾਇਆ। ਉਹਦੇ ਆਧਾਰ ਦੇ ਉੱਤੇ ਤੁਸੀਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਪਾਸੇ ਕਰ ਸਕਦੇ ਸੀਗੇ। ਤੁਸੀਂ SIT ਰੱਦ ਕਿਉਂ ਕਰ ਦਿੱਤੀ? ਤੁਸੀਂ ਚਲਾਨ ਰੱਦ ਕਿਉਂ ਕਰ ਦਿੱਤੇ? ਉਹ ਨਹੀਂ ਸੀ ਜਿਹੜਾ ਜੀ ਉਹ ਹੋ ਸਕਦੇ। ਜੇ ਧਮਕਾਇਆ ਜਾਂ ਉਹਦੇ ਹੋਰ ਬਹੁਤ ਸਾਰੇ ਜਿਹੜੇ ਜੀ ਉਹ ਰਾਹ ਸੀਗੇ। ਇਹ ਮੇਰੀ ਸਮਝ ਤੋਂ ਪਰੇ। ਜਿਹੜੀ ਉੱਤੋਂ ਉੱਤੇ ਗੱਲ ਕਰਤੀ ਕਿ ਕੁੰਵਰ ਵਿਜੇ ਪ੍ਰਤਾਪ ਹੋਰੀ ਇਹਦੇ ਵਿੱਚ ਜਿਹੜਾ ਜੀ ਉਹ ਨਹੀਂ ਹੋਣ
ਹੋਣਗੇ ਜਿਹੜੀ ਅਗਲੀ ਬੜੀ ਹੈਰਾਨਗੀ SIT। ਵਾਲੀ ਗੱਲ ਹੈ। ਇਹ ਬਹੁਤ ਹੈਰਾਨੀਜਨਕ ਜਿਹੜੇ ਉਹ ਫੈਸਲੇ ਨੇ। ਇੱਕ ਲਫ਼ਜ਼ ਹੈ ਜਿਹੜਾ ਐਕਸ ਪਾਰਟੀ ਕਾਰਵਾਈ ਇੱਕ ਤਰਫਾ, ਵੀ ਜੇ ਨਹੀਂ ਆਇਆ ਤਾਂ ਉਹਦੇ ਖਿਲਾਫ ਦੇ ਦੇਣਾ। ਮੈਨੂੰ ਇਹ ਲੱਗਦਾ ਹੈ ਇਹ ਕਾਰਵਾਈ ਇੱਕ ਤਰਫਾ ਜੀ, ਇਹ ਐਕਸ ਪਾਰਟੀ ਹੋਇਆ ਜੀ, ਔਰ ਇਹ ਅਤੁਲ ਨੰਦਾ ਹੋਰਾਂ ਦੀ ਮਿਹਰਬਾਨੀ ਦੇ ਨਾਲ ਹੋਇਆ। ਉਹਨਾਂ ਨੇ ਬੰਦਾ ਹੀ ਨਹੀਂ ਪੇਸ਼ ਕੀਤਾ ਜੀ। ਜਦੋਂ ਤੁਸੀਂ ਜਾ ਕੇ ਮੈਂ ਤੁਹਾਨੂੰ ਆਪਾਂ ਸਟਾਰਟਿੰਗ ਉੱਥੋਂ ਕੀਤੀ ਸੀ, ਜਿਹੜੀ ਅਦਾਲਤ ਹੈ ਉਹਦੇ 'ਚ ਕੀ ਆ, ਪ੍ਰੈਜੈਂਟੇਸ਼ਨ ਹੈ। ਮੈਂ ਕੇਸ ਦੇ ਵਿੱਚ ਜਦੋਂ ਲੰਘਿਆ ਜੀ, ਜਦੋਂ ਸਾਰੇ ਤਾਂ ਮੇਰੇ ਜਿਹੜੇ ਵਕੀਲ ਨੇ ਵੜੈਤ ਸਾਹਿਬ, ਉਹਨਾਂ ਨੇ ਇੱਕੋ ਗੱਲ ਮੈਨੂੰ ਜਿਹੜੀ ਜੋ ਕਹੀ ਸੀ, ਆਹ ਲਫ਼ਜ਼ ਮੈਂ ਤੁਹਾਨੂੰ ਬੋਲਿਆ ਕਿ ਪ੍ਰੈਜੈਂਟੇਸ਼ਨ ਹੈ, ਕਿ ਤੁਸੀਂ ਆਪਣੇ ਵੱਲੋਂ ਆਪਣੇ ਬੇਗੁਨਾਹ ਹੋਣ ਦੇ ਵਾਸਤੇ ਪ੍ਰੈਜੈਂਟੇਸ਼ਨ ਜਿਹੜੀ ਉਹ ਕੀ ਦਿੰਦੇ ਹੋ। ਇਹ ਪ੍ਰੈਜੈਂਟੇਸ਼ਨ ਹੈ। ਜਦੋਂ ਦੂਜੀ ਧਿਰ ਨੇ, ਜਿਹੜੀ ਸਰਕਾਰੀ ਧਿਰ ਸੀ, ਉਹਨੇ ਪ੍ਰੈਜੈਂਟੇਸ਼ਨ ਹੀ ਨਹੀਂ ਦਿੱਤੀ ਤੇ ਉਹ ਤਾਂ ਕਾਰਵਾਈ ਇੱਕ ਤਰਫਾ ਹੋਣੀ ਸੀਗੀ ਜੀ। ਇਹ ਕਾਰਵਾਈ ਮੈਂ ਇਹਨੂੰ ਕਹੂੰਗਾ ਜੀ, ਇਹਨੂੰ ਹਾਲਾਂਕਿ ਕਈ ਲੋਕ ਇਹਨੂੰ ਨਕਾਰਨਗੇ, ਇਹ ਗੱਲਬਾਤ ਵੇਖਣ ਤੋਂ ਬਾਅਦ ਵੀ ਨਕਾਰਨਗੇ ਵੀ ਨਹੀਂ ਹੈ, ਮੈਂ ਇਹਨੂੰ ਕਾਰਵਾਈ ਇੱਕ ਤਰਫਾ ਜਿਹੜਾ ਜੀ ਉਹ ਸਮਝਦਾ। ਇਹ ਐਕਸ ਪਾਰਟੀ ਹੋਇਆ ਜੀ, ਸਰਕਾਰ ਪੇਸ਼ ਹੀ ਨਹੀਂ ਹੋਈ, ਸਰਕਾਰ ਦੀ ਵਕੀਲਾਂ ਦੀ ਫੌਜ ਨੇ ਇਹਨੂੰ ਸੀਰੀਅਸਲੀ ਲਿਆ ਹੀ ਨਹੀਂ ਇਸ ਕੇਸ ਨੂੰ। ਅੱਛਾ, ਇੱਕ ਗੱਲ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਇਹ ਕਹਿ ਰਹੇ ਹੋ ਵੀ ਸੀਰੀਅਸਲੀ ਨਹੀਂ ਲਿਆ ਗਿਆ, ਫਿਰ ਜਿਹੜਾ 75-25 ਤੇ ਚਾਚੇ ਭਤੀਜੇ ਵਾਲੀ ਸਰਕਾਰ ਦਾ, ਫਿਰ ਉਹ ਗੱਲ ਸੱਚ ਹੈ ਜੀ? ਨਹੀਂ, ਹੁਣ ਤਾਂ ਕੋਈ ਸ਼ੱਕ ਸ਼ੁਬਾ ਜਿਹੜਾ ਜੀ ਉਹ ਰਹਿ ਗਿਆ ਕਿਸੇ ਨੂੰ, ਕਿਉਂਕਿ ਇਹ ਤਾਂ ਬਚਾਉਣ ਦਾ ਕਿਹਨੂੰ ਯਤਨ ਕੀਤਾ ਗਿਆ। ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ, ਜਿਸ ਦਿਨ ਉਹ 9ਵਾਂ ਚਲਾਨ ਪੇਸ਼ ਕਰਦੇ ਆ ਫਰੀਦਕੋਟ 'ਚ। ਅੱਛਾ, ਹੁਣ ਉਹ ਲੋਕਲ ਉੱਥੋਂ ਦੇ ਪੱਤਰਕਾਰ ਸੀ ਫਰੀਦਕੋਟ ਦੇ ਵਿਚਾਰੇ, ਜਿੰਨੇ ਕੁ ਜੋਗੇ ਸੀਗੇ ਉਹਨਾਂ ਨੇ ਕੀਤਾ ਉਹ, ਉਹਨਾਂ ਨੇ ਲਿਖਿਆ ਹਾਂ, ਉਹ ਪ੍ਰੈਸ ਕਾਨਫਰੰਸ ਚੱਲਣ ਨਹੀਂ ਦਿੱਤੀ ਕਿਤੇ ਵੀ। ਉਹ ਤਾਂ ਜਿਹੜੇ ਸਾਡੇ ਵਰਗੇ ਖਬਰਾਂ ਸੁੰਘਦੇ ਆ, ਉਹਨਾਂ ਨੇ ਲੱਭ ਲਈ ਉਹ ਵੀ ਕਿੱਥੇ ਕਿੱਥੇ ਪਈ ਆ, ਉਹ ਲੱਭ ਕੇ ਉਹ ਸੁਣੀ। ਉਹਦੇ ਵਿੱਚ ਜਿਹੜੀ ਆ ਕੁਝ ਗੱਲਾਂ ਜਿਹੜੀਆਂ ਉਹ ਕਹਿੰਦੇ ਨੇ ਉਹ ਬੜੀਆਂ ਅਹਿਮ ਨੇ। ਉਹ ਕਹਿੰਦੇ ਮੈਂ ਆਪਣੇ ਵੱਲੋਂ ਇਨਵੈਸਟੀਗੇਸ਼ਨ ਮੁਕੰਮਲ ਕਰਤੀ, 10ਵਾਂ ਚਲਾਨ ਜਿਹੜਾ ਗਿਆ ਹੋਇਆ ਤਕਨੀਕੀ ਤੌਰ ਦੇ ਉੱਤੇ ਦੇਖਣ ਲਈ ਵਿੱਚ ਕੋਈ ਕਮੀ ਤਾਂ ਨਹੀਂ। ਦੂਸਰੀ ਜਿਹੜੀ ਗੱਲ ਹੁੰਦੀ ਆ ਕਿ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਨੇ ਮੁੱਖ ਮੰਤਰੀ ਸਾਹਿਬ, 4 ਸਾਲ ਪੂਰੇ ਹੋਣ ਤੇ ਉਹਦੇ 'ਚ ਸਵਾਲ ਉੱਠਦਾ, ਉਹਦੇ 'ਚ ਉਹ ਇਹ ਗੱਲ ਕਹਿੰਦੇ ਆ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਇਨਵੈਸਟੀਗੇਸ਼ਨ ਮੁਕੰਮਲ ਕਰ ਲਈ ਹੈ, ਕਿੰਨਾ ਵੀ ਵੱਡਾ ਕੋਈ ਬੰਦਾ ਹੋਇਆ ਅਸੀਂ ਉਹਨੂੰ ਛੱਡਾਂਗੇ ਨਹੀਂ। ਉਹ ਸਵਾਲ ਪੁੱਛਿਆ ਗਿਆ ਸੀ ਬੇਅਦਬੀ ਘਟਨਾਵਾਂ ਦੇ ਬਾਰੇ 'ਚ ਕਿ ਕੀ ਹੋਇਆ। ਕੁੰਵਰ ਵਿਜੇ ਪ੍ਰਤਾਪ ਹੋਰੀ ਕਰ ਰਹੇ ਸੀਗੇ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਬਾਰੇ 'ਚ ਕੋਟਕਪੂਰਾ ਤੇ ਉਹਦੇ 'ਚ ਬਾਈਬਲ ਕਲਾਂ ਕੋਲ। ਪਰ ਤੁਸੀਂ ਦੇਖੋ ਕਿ ਕੋਟ ਕਿਹਨੂੰ ਕਰ ਰਹੇ ਮੁੱਖ ਮੰਤਰੀ ਸਾਹਿਬ, ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ। ਫਿਰ ਜਿਹੜਾ ਜੀ ਧੱਬਾ ਮੁੱਖ ਮੰਤਰੀ ਉਹਨਾਂ ਦੇ ਉੱਤੇ ਵੀ ਲੱਗਦਾ ਜੀ ਕਿ ਉਹਨਾਂ ਨੇ ਉਹਨੂੰ ਕੋਡ ਕਿਉਂ ਕੀਤਾ। ਉਹ ਜੇ ਕਰ ਰਹੇ ਸੀਗੇ ਤੇ ਕੋਈ ਤਾਂ ਗੱਲ ਹੋਊਗੀ ਨਾ। ਸਾਰਾ ਕੁਝ ਗਲਤ ਹੋ ਗਿਆ ਜੀ, ਸਾਰਾ ਕੁਝ ਕਿਵੇਂ ਗਲਤ ਹੋ ਗਿਆ। ਤਾਂ ਕਰਕੇ ਮੈਂ ਇਹ ਕਹਿੰਦਾ ਜੀ ਕਿ ਇਹ ਕਾਰਵਾਈ ਜਿਹੜੀ ਆ ਉਹ ਇੱਕ ਤਰਫਾ ਹੋਈ ਹੈ, ਇਹ ਐਕਸ ਪਾਰਟੀ ਹੋਇਆ ਜੀ। ਜੇ ਤੁਸੀਂ ਤਕਨੀਕੀ ਭਾਸ਼ਾ ਦੇ ਵਿੱਚ ਇਹਨੂੰ ਲੈਂਦੇ ਹੋ ਤੇ ਇਹ ਐਕਸ ਪਾਰਟੀ ਕੇਸ ਹੈ। ਤੇ ਫਿਰ ਹੁਣ ਇੱਕ ਪਾਸੇ ਅਗਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਇਸ ਚੀਜ਼ ਦਾ ਰੌਲਾ ਪਾਉਂਦਾ ਆਇਆ ਵੀ ਸਾਡੇ ਪਿਤਾ ਜੀ ਨੇ, ਜਿਹੜੇ ਸਾਡਾ ਗੁਰੂ ਹੈ, ਸਾਡਾ ਬਾਪ ਹੈ, ਜਿਹਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹਨਾਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈਗਾ। ਤੇ ਜਦੋਂ ਹੁਣ ਇਸ ਤਰ੍ਹਾਂ ਦੀ SIT ਜਦੋਂ ਇਹ ਫੇਲ ਕੀਤੀ ਜਾਂਦੀ ਹੈ ਤਾਂ ਫਿਰ ਇਹ ਸਾਰੇ ਦੇ ਸਾਰੇ ਚੁੱਪ ਕਿਉਂ ਨੇ? ਇਹ ਵੱਡਾ ਬਵਾਲ ਖੜਾ ਹੋ ਜਾਣਾ ਚਾਹੀਦਾ ਸੀ ਇਸ ਮਾਮਲੇ ਦੇ ਉੱਤੇ ਲੈ ਕੇ, ਇਸ ਮਾਮਲੇ ਨੂੰ ਲੈ ਕੇ। ਤਾਂ ਇਹ ਦੂਜੀਆਂ ਸਿਰਫ ਇੱਕ ਆਮ ਆਦਮੀ ਪਾਰਟੀ ਜਿਹੜੀ ਬੋਲੀ ਇਹਦੇ ਤੇ, ਹੋਰ ਕੋਈ ਜਿਹੜਾ ਖਾਸ ਜਿਹੜਾ ਇਹਨਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਨਹੀਂ ਆਇਆ। ਕੀ ਲੱਗ ਰਿਹਾ ਕਿ ਇਹ ਸਾਰਾ ਦਾ ਸਾਰਾ ਜਿਹੜਾ ਕਾਲਾ ਮਲਾ ਇਕੱਠਾ ਹੀ ਹੈ? ਨਹੀਂ, ਦੇਖੋ ਇੱਕ ਗੱਲ ਤਾਂ ਪੱਕੀ ਹੈ ਜੀ, ਇਹ ਸਾਰੇ ਸਿਆਸਤਦਾਨ ਜਿਹੜੇ ਉਹ ਇਕੱਠੇ ਨੇ ਇਸ ਮਾਮਲੇ ਦੇ ਉੱਤੇ। ਇੰਗਲਿਸ਼ ਦੀ ਇੱਕ ਕਹਾਵਤ ਹੈ ਕਿ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯਰਸ, ਠੀਕ ਹੈ ਨਾ। ਮੈਂ ਤੇਰੀ ਪਿੱਠ ਖੁਰਕਦਾ, ਤੂੰ ਮੇਰੀ ਪਿੱਠ ਖੁਰਕਦੀ। ਇਹ ਪਿੱਠ ਖੁਰਕੀ ਜਿਹੜੀ ਉਹ ਜਾ ਰਹੀ ਹੈ ਸਿੱਧਾ ਹੁਣ ਤਾਂ ਜਿਹੜਾ ਜੀ ਉਹ ਲੱਗ ਰਿਹਾ। ਕਹਿਣ 'ਚ ਕੋਈ ਹਿਚਕਚਾਹਟ ਹੀ ਨਹੀਂ ਕਿ ਇਹ ਉਹ ਪਰਿਵਾਰ ਨੂੰ ਜਿਹੜਾ ਜੀ ਸ਼੍ਰੋਮਣੀ ਅਕਾਲੀ ਦਲ ਨਹੀਂ, ਬਾਦਲ ਦਲ ਜਿਹੜਾ ਜੀ ਉਹਨੂੰ ਬਚਾਉਣ ਦੇ ਵਾਸਤੇ ਜਿਹੜਾ ਜੀ ਇਹ ਕੀਤਾ ਗਿਆ ਇੱਕ ਕਿਸਮ ਦੇ ਨਾਲ। ਅਤੁਲ ਨੰਦਾ ਹੋਰਾਂ ਨੇ ਕਿਉਂ ਕੀਤਾ, ਇਹਦੀ ਇਨਵੈਸਟੀਗੇਸ਼ਨ ਤਾਂ ਕਿਸੇ ਨੇ ਕਰਨੀ ਨਹੀਂ। ਪਰ ਇਹ ਸਵਾਲ ਤਾਂ ਕੁਲਵੰਤ ਸਿੰਘ ਦੀ, ਚਾਹੇ ਇਹਦਾ ਜਿੰਨਾ ਮਰਜ਼ੀ ਭੁਗਤਣਾ ਪੈ ਜਾਏ, ਸਵਾਲ ਤਾਂ ਜਿਹੜੇ ਉਹ ਖੜੇ ਰੱਖਾਂਗੇ ਅਸੀਂ ਜਿਹੜਾ ਦੀ ਕਿ ਕੀ ਕਾਰਨ ਰਿਹਾ ਕਿ ਇਹ ਐਕਸ ਪਾਰਟੀ ਜਿਹੜਾ ਕੇਸ ਹੋਇਆ। ਇਹ ਕੋਈ ਛੋਟਾ ਮੋਟਾ ਕੇਸ ਥੋੜੀ ਹੈ ਜੀ, ਐਵੇਂ ਤੁਸੀਂ ਦੇ ਦਿੱਤਾ ਠੀਕ ਆ ਕੋਈ ਨਹੀਂ, ਇਹ ਵੀ ਨਿਕਲ ਗਿਆ ਜੀ। ਕਿੰਨੇ ਕੇਸ ਨੇ ਪੰਜਾਬ ਸਰਕਾਰ ਦੇ ਸਾਰੇ ਹਰਾਏ ਨੇ। ਮੈਂ ਤਾਂ ਕਹਿੰਦਾ ਇੱਕ ਸਿੰਗਲ ਕੇਸ ਦੱਸੋ ਜਿਹੜਾ ਇਹਨਾਂ ਨੇ ਜਿੱਤ ਕੇ ਦਿੱਤਾ ਹੋਵੇ। ਕੋਈ ਕੇਸ ਨਹੀਂ ਜਿੱਤਿਆ ਇਹਨਾਂ ਦੀ ਟੀਮ ਨੇ ਜੀ, ਕੋਈ ਕੇਸ ਵੀ। ਠੀਕ ਹੈ, ਉਹ ਮੁੱਖ ਮੰਤਰੀ ਹੋਰਾਂ ਦੇ ਚਹੇਤੇ ਨੇ, ਪਰ ਸਾਨੂੰ ਤਾਂ ਪੰਜਾਬ ਚਹੇਤਾ ਨਾ ਜੀ ਸਾਡਾ, ਠੀਕ ਹੈ ਨਾ ਜੀ। ਸਾਡੇ ਲਈ ਤਾਂ ਪੰਜਾਬ ਚਹੇਤਾ, ਸਾਡੇ ਵਾਸਤੇ ਤਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਜੀ ਉਹ ਸਭ ਕੁਝ ਹੈ। ਬਿਲਕੁਲ, ਅਸੀਂ ਉਹਦੇ ਤੋਂ ਕਿਵੇਂ ਮੁਨਕਰ ਹੋ ਸਕਦੇ ਹਾਂ ਜੀ। ਮਤਲਬ ਕਿ ਮੈਂ ਜਦੋਂ ਕੱਲ੍ਹ ਇਹ ਫੈਸਲਾ ਆਇਆ, ਤੁਸੀਂ ਸੱਚੀ ਪੁੱਛੋ ਜੀ ਕਿੰਨੀ ਦੇਰ ਉਹ ਸ਼ੌਕ ਲੱਗਿਆ ਰਿਹਾ ਵੀ ਇਹ ਤਾਂ ਕਿਵੇਂ ਹੋ ਸਕਦਾ ਜੀ, ਇਹ ਕਿਵੇਂ ਹੋ ਸਕਦਾ। ਪਰ ਉਹ ਹੋ ਗਿਆ ਜੀ। ਹੁਣ ਜਿਹੜਾ ਉਹ ਜਦੋਂ ਉਹਨੂੰ ਦੇਖ ਰਹੇ ਆ ਸਾਰਾ ਕੁਝ, ਆਹ ਕੁਝ ਹੋ ਗਿਆ ਤੇ ਹੈਰਾਨਗੀ ਜਿਹੜੀ ਹੋ ਰਹੀ ਆ ਵੀ ਇਦਾਂ ਵੀ ਹੋ ਸਕਦਾ ਹੈ। ਇਦਾਂ ਦੀਆਂ ਗੱਲਾਂ ਤਾਂ ਫਿਲਮਾਂ 'ਚ ਦੇਖੀ ਦੀਆਂ ਸੀਗੀਆਂ, ਇਹਦਾ ਰੀਅਲ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਜਿਹੜੀਆਂ ਆ ਗਈਆਂ ਕਿ ਪਾਵਰਫੁਲ ਲੋਕ ਕੌਣ ਨੇ
ਹੋ ਸਕਦਾ ਅਸੀਂ ਬੋਲ ਰਹੇ ਹਾਂ, ਅੱਜ ਅਸੀਂ ਸਵਾਲ ਉਠਾ ਰਹੇ ਹਾਂ, ਕੱਲ ਨੂੰ ਪਤਾ ਨਹੀਂ ਸਾਨੂੰ ਵੀ ਛੱਡਣਗੇ ਕਿ ਨਹੀਂ ਛੱਡਣਗੇ ਜੀ, ਕੁਝ ਵੀ ਕਰ ਸਕਦੇ ਨੇ ਜੀ। ਬਿਲਕੁਲ। ਅੱਛਾ, ਇਹ ਦੱਸੋ ਕਿ ਹੁਣ ਜਿਹੜੇ ਮੁਕਾਮ ਦੇ ਉੱਤੇ ਆ ਕੇ ਇਹ ਕੇਸ ਇਸ ਟਾਈਮ ਪਹੁੰਚ ਚੁੱਕਿਆ, ਉਤੋਂ ਜਿਹੜੀਆਂ ਪੰਜਾਬ ਦੇ ਵਿੱਚ ਚੋਣਾਂ ਸਿਰ ਦੇ ਉੱਤੇ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੇਸਾਂ ਦਾ ਸਿਆਸਤ ਦੇ ਉੱਤੇ ਵੱਡਾ ਅਸਰ ਪੈਣ ਜਾ ਰਿਹਾ ਹੈ? ਜੇ ਅਸਰ ਨਹੀਂ ਪੈਂਦਾ ਤੇ ਮੈਂ ਇਹ ਗੱਲ ਕਹੂੰਗਾ, ਸਮੁੱਚੇ ਪੰਜਾਬ ਵਾਲਿਆਂ ਦੇ, ਸਾਰੇ ਵੋਟਰਾਂ ਦੇ ਲਾਹਨਤ ਹੈ ਉਹਨਾਂ ਦੇ, ਜੇ ਇਹਨਾਂ ਚੀਜ਼ਾਂ ਦਾ ਅਸਰ ਜਿਹੜਾ ਜੀ ਉਹ ਵੋਟਾਂ ਦੇ ਵਿੱਚ ਨਹੀਂ ਪੈਂਦਾ, ਜਾਂ ਇਹ ਇਸ਼ੂ ਦੁਬਾਰਾ ਇਸ਼ੂ ਨਹੀਂ ਬਣਦਾ। ਅੱਜ ਜਵਾਬਦੇਹੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀ ਹੈ, ਕਿਉਂਕਿ ਅਤੁਲ ਨੰਦਾ ਉਹਨਾਂ ਦੇ ਅੰਡਰ ਨੇ। ਅੱਜ ਜਵਾਬਦੇਹੀ ਉਹਨਾਂ ਝੋਲੀਆਂ ਅੱਡਣ ਵਾਲੇ ਜਿਹੜੇ ਮੰਤਰੀ ਸੀ ਉਹਨਾਂ ਦੀ ਹੈ, ਕਿ ਤੁਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ, ਤੁਸੀਂ ਬਰਗਾੜੀ ਵਾਲਾ ਮੋਰਚਾ ਉਠਵਾਇਆ ਸੀ ਵੀ ਸਾਡੀ ਜ਼ਿੰਮੇਵਾਰੀ ਹੈ, ਇਹ ਤਾਂ ਹੁਣ ਹੋ ਗਿਆ। ਹੁਣ ਤਾਂ ਵਲੇਟ ਵਲੂਟ ਕੇ ਸਾਰਾ ਕੁਝ ਇਕੱਠਾ ਕਰਕੇ ਫਾਈਲਾਂ ਤੁਹਾਡੇ ਘਰੇ ਮੋੜ ਦਿੱਤੀਆਂ ਜੀ, ਜਵਾਬ ਦਿਓ ਇਹਦਾ। ਪਰ ਲਾਹਨਤ ਤਾਂ ਜੀ ਪਹਿਲਾਂ ਵੀ ਕਈ ਵਾਰੀ ਪੈ ਚੁੱਕੀ ਹੈ, ਅਸਰ ਤਾਂ ਕੋਈ ਹੋਇਆ ਨਹੀਂ, ਕਿਉਂਕਿ ਜਿਹੜਾ ਉੱਥੇ ਦਿੱਲੀ ਦੇ ਵਿੱਚ ਜਿਹੜਾ ਨਸਲਕੁਸ਼ੀ ਹੋਈ ਆ, ਉਹਦੇ ਬਾਵਜੂਦ ਜਿਹੜੀਆਂ ਉਹਨਾਂ ਪਾਰਟੀਆਂ ਨੂੰ ਜਿਤਾ ਦਿੱਤਾ ਗਿਆ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਗਏ। ਉਸ ਤੋਂ ਬਾਅਦ ਬਰਗਾੜੀ ਕਾਂਡ ਤੇ ਗੋਲੀ ਕਾਂਡ ਜਿਹੜੇ ਹੁੰਦੇ ਨੇ, ਉਸ ਤੋਂ ਬਾਅਦ ਵੀ ਉਹਨਾਂ ਬੰਦਿਆਂ ਨੂੰ ਜਿਤਾ ਦਿੱਤਾ ਗਿਆ ਜਿਹੜੇ ਬੰਦਿਆਂ ਦੇ ਉੱਤੇ ਦੋਸ਼ ਲੱਗੇ ਕਿ ਇਹਨਾਂ ਘਟਨਾਵਾਂ 'ਚ ਸ਼ਾਮਲ ਨੇ। ਇਹ ਲਾਹਨਤਾਂ ਦਾ ਕੋਈ ਅਸਰ ਹੋਏਗਾ ਜੀ? ਦੇਖੋ, ਜਦੋਂ ਜ਼ਮੀਰਾਂ ਮਰ ਜਾਣ ਫਿਰ ਤਾਂ ਕੀ ਕਿਹਾ ਜਾ ਸਕਦਾ ਜੀ, ਹਾਂਜੀ, ਜੇ ਜ਼ਮੀਰ ਹੀ ਮਰ ਗਿਆ ਫਿਰ ਤਾਂ ਉਹ ਮੁਰਦੇ ਤੁਰੇ ਫਿਰਦੇ ਨੇ ਜੀ, ਹਾਂਜੀ। ਮੈਂ ਤਾਂ ਇਹੀ ਕਹੂੰਗਾ ਕਿ ਮੁਰਦੇ ਨੇ ਤੁਰੇ ਫਿਰਦੇ। ਮੇਰਾ ਖਿਆਲ ਲੋਕ ਜਵਾਬ ਮੰਗਣਗੇ। ਲੋਕ ਜਦੋਂ ਚੱਬੇ ਵਾਲਾ ਇਕੱਠ ਹੋਇਆ 5 ਲੱਖ ਦੇ ਕਰੀਬ ਉੱਥੇ ਬੰਦਾ ਸੀਗਾ, ਜਦੋਂ ਉਹ ਜਿਹੜਾ ਬਰਗਾੜੀ ਮੋਰਚਾ ਲੱਗਿਆ ਉਹਨਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ, 2-2 ਲੱਖ 2.5 ਲੱਖ ਬੰਦੇ ਦਾ ਇਕੱਠ ਜਿਹੜਾ ਹੁੰਦਾ ਰਿਹਾ। ਲੋਕ ਤਾਂ ਇਨਸਾਫ ਦੇ ਵਾਸਤੇ ਆਉਂਦੇ ਆ ਜੀ। ਅਸੀਂ ਲੀਡਰਲੈਸ ਹਾਂ, ਸਿੰਪਲ ਦੀ ਜਿਹੜੀ ਗੱਲ ਹੈ ਜੀ। ਅਸੀਂ ਰਾਜਨੀਤਿਕ ਪੱਖੋਂ ਵੀ ਲੀਡਰਲੈਸ ਹਾਂ, ਅਸੀਂ ਧਾਰਮਿਕ ਪੱਖੋਂ ਵੀ ਲੀਡਰਲੈਸ ਹਾਂ। ਚਰਨਜੀਤ ਚੱਡਾ ਹੋਰਾਂ ਦੀ ਇੱਕ ਵੀਡੀਓ ਆਈ ਸੀਗੀ ਤੇ ਉਸ ਮਾਮਲੇ ਦੇ ਉੱਤੇ ਉਹਨਾਂ ਦੀਆਂ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਸੀਗੀਆਂ ਉਹਨਾਂ ਦੇ ਉੱਤੇ, ਤੇ ਹੁਣ ਜਥੇਦਾਰ ਸਾਹਿਬ ਨੇ ਇੱਕ ਚਿੱਠੀ ਦੇ ਰੂਪ 'ਚ ਉਹਨਾਂ ਨੂੰ ਚਿੱਠੀ ਲਿਖੀ ਹੈ, ਤੁਹਾਨੂੰ ਕਲੀਨ ਚਿੱਟ ਜਿਹੜੀ ਉਹ ਦਿੱਤੀ ਜਾਂਦੀ ਹੈ। ਉਹਦੇ ਵਿੱਚ ਇੱਕ ਲਾਈਨ ਦਰਜ ਹੈ ਕਿ ਗੁਰਬਚਨ ਸਿੰਘ ਹੋਰਾਂ ਨੇ ਉਹਨਾਂ 'ਤੇ ਜਦੋਂ ਪਾਬੰਦੀਆਂ ਲਾਈਆਂ ਸੀ, ਇਹ ਕਿਹਾ ਸੀਗਾ ਕਿ ਉਹਨਾਂ ਦੇ ਚਾਲ ਚੱਲਣ ਸਾਰੇ ਦੇ ਉੱਤੇ ਨਿਗਾਹ ਜਿਹੜੀ ਉਹ ਰੱਖੀ ਜਾਵੇ। ਹੁਣ ਮੈਨੂੰ ਨਹੀਂ ਪਤਾ ਵੀ ਉਹਦੇ ਉੱਤੇ ਨਿਗਾਹ ਕੌਣ ਰੱਖ ਰਿਹਾ ਸੀ, ਉਹ ਸੋਚਿਆ ਸੀ ਉਹ ਨਿਗਾਹ ਰੱਖ ਰਹੇ ਸੀ ਜਾਂ ਕੋਈ ਹੋਰ ਰੱਖ ਰਿਹਾ ਸੀਗਾ, ਜਾਂ ਇਹਨਾਂ ਦੇ ਰੂਪ ਦੇ ਵਿੱਚ ਹੁਣ ਹੋਰ ਕਿਹੜੇ ਜਿਹੜੇ ਜੀ ਉਹ ਬਰੀ ਕਰਵਾਏ ਜਾਣਗੇ। ਗੱਲ ਤਾਂ ਇਹੀ ਆ, ਜੇ ਬੋਲਣਾ ਹੀ ਨਹੀਂ ਕੁਲਵੰਤ ਸਿੰਘ ਜੀ, ਸਾਡਾ ਤਾਂ ਕੰਮ ਜਿਹੜਾ ਡੱਬੂ ਵਾਲਾ, ਠੀਕ ਹੈ ਨਾ, ਉਸ ਤੋਂ ਭੌਂਕਣ ਦੇ ਵਾਸਤੇ ਸਾਡੀ ਜਿਹੜੀ ਡਿਊਟੀ ਆ ਉਹ ਲੱਗੀ ਹੋਈ ਆ ਲੋਕਾਂ ਦੇ ਵੱਲੋਂ। ਜੇ ਲੋਕਾਂ ਨੂੰ ਲੱਗੂਗਾ ਕਿ ਸਾਡੇ ਭੌਂਕਣ ਦਾ ਕੋਈ ਅਸਰ ਨਹੀਂ ਤੇ ਫਿਰ ਅਸੀਂ ਵੀ ਚੁੱਪ ਕਰਕੇ ਜਿਹੜਾ ਜੀ ਉਹ ਬਾਕੀਆਂ ਵਾਂਗੂ ਬੈਠ ਜਾਵਾਂਗੇ ਵੀ ਠੀਕ ਹੈ, ਸਾਰਾ ਕੁਝ ਠੀਕ ਚੱਲੀ ਜਾ ਰਿਹਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਲਾਹਨਤਾਂ ਤਾਂ ਪਹਿਲਾਂ ਵੀ ਜਿਹੜੀਆਂ ਜੀ ਉਹ ਕਮ ਸੇ ਕਮ ਸਾਡਾ ਜ਼ਮੀਰ ਇਹੋ ਜਿਹਾ ਨਹੀਂਗਾ ਕਿ ਅਸੀਂ ਲਾਹਨਤੀਏ ਬਣੀਏ ਜੀ। ਠੀਕ, ਬਿਲਕੁਲ ਸਹੀ ਗੱਲ ਕਹੀ ਹੈ ਵੀ ਅਸੀਂ ਲਾਹਨਤੀਏ ਨਹੀਂ ਬਣਨਾ, ਅਸੀਂ ਲਾਹਨਤਾਂ ਪਾਈ ਜਾਵਾਂਗੇ, ਸਮੇਂ ਦੇ ਉੱਤੇ ਲਾਹਨਤਾਂ ਪਾਈ ਜਾਵਾਂਗੇ। ਹੁਣ ਵੇਖਣਾ ਇਹ ਹੋਵੇਗਾ ਕਿ ਲੋਕ ਜਿਹੜੇ ਨੇ ਉਹ ਲਾਹਨਤ ਪ੍ਰੂਫ ਜਿਹੜੇ ਨੇ ਉਹ ਕਿੰਨੀ ਦੇਰ ਤੱਕ ਰਹਿੰਦੇ ਨੇ। ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ। ਉਹ ਸਨ ਬਲਤੇਜ ਪੰਨੂ, ਜਿਨ੍ਹਾਂ ਨੇ ਅੱਜ ਬੜੇ ਡੂੰਘਾਈ ਨਾਲ ਤੇ ਬੜੇ ਵਿਸਥਾਰ ਦੇ ਨਾਲ ਜਿਹੜੀ ਹੈ ਇਹ ਚਰਚਾ ਕੀਤੀ ਹੈ। ਇਹਨਾਂ ਵਿਚਾਰ ਚਰਚਾ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬਰਗਾੜੀ ਕਾਂਡ ਤੇ ਕੋਟਕਪੂਰਾ ਬਹਿਬਲ ਕਾਂਡ ਦੇ ਜਿਹੜੇ ਘਟਨਾਵਾਂ ਵਾਪਰੀਆਂ ਨੇ, ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਵਾਰ-ਵਾਰ ਜਿਹੜੀਆਂ ਜਾਂਚ ਨੂੰ ਪ੍ਰਭਾਵਿਤ ਕੀਤਾ ਜਾਂਦਾ ਰਿਹਾ, ਕਦੇ ਅਧਿਕਾਰੀਆਂ ਵੱਲੋਂ, ਕਦੇ ਸਰਕਾਰਾਂ ਵੱਲੋਂ, ਕਦੇ ਸਿਆਸਤਦਾਨਾਂ ਵੱਲੋਂ, ਅੱਡ-ਅੱਡ ਥਾਵਾਂ ਦੇ ਉੱਤੇ, ਤੇ ਹੁਣ ਅਖੀਰ ਦੇ ਵਿੱਚ ਜਾ ਕੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਅੱਜ ਅਦਾਲਤ ਨੇ 4 ਸਾਲਾਂ ਦੇ ਵਿੱਚ ਦੌਰਾਨ ਜਿਹੜੀ ਜਾਂਚ ਕੀਤੀ ਸੀ ਉਸ ਨੂੰ ਵੀ ਜਿਹੜਾ ਉਹ ਰੱਦ ਕਰਕੇ ਇਹ ਕਹਿ ਦਿੱਤਾ ਹੈ ਕਿ ਨਵੇਂ ਸਿਰਿਓਂ ਜਾਂਚ ਸ਼ੁਰੂ ਕਰੋ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਜਾਂਚ ਮਿੱਥੇ ਸਮੇਂ ਦੇ ਦੌਰਾਨ ਜਿਹੜਾ ਸਰਕਾਰ ਰਹਿੰਦਿਆਂ ਪੂਰੀ ਹੋਵੇਗੀ ਜਾਂ ਫਿਰ ਨਹੀਂ ਹੋਵੇਗੀ। ਜੇ ਨਹੀਂ ਹੁੰਦੀ ਤਾਂ ਫਿਰ ਸਰਕਾਰ ਜਿਹੜੀ ਆ ਉਹ ਜਵਾਬਦੇਹ ਹੋਏਗੀ, ਜੇ ਹੋ ਜਾਂਦੀ ਹੈ ਤੇ ਤਾਂ ਵੀ ਜਵਾਬ ਮੰਗਣਗੇ ਲੋਕ ਕਿ ਪਹਿਲਾਂ ਕਿਉਂ 4 ਸਾਲ ਲਗਾਤੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।